ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਜੀ ਆਇਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਪੰਜਾਬ ਇਸ ਵੇਲੇ ਬਲਦਾ ਪਿਆ। ਸਿਆਸਤ ਹਾਲਾਂਕਿ 8 ਮਹੀਨੇ ਬਾਅਦ ਹੋਣੀ ਚਾਹੀਦੀ ਸੀ, ਲੇਕਿਨ ਇੰਜ ਲੱਗ ਰਿਹਾ ਜਿਵੇਂ ਅੱਜ ਸਭ ਤੋਂ ਅਹਿਮ ਦਿਨ ਹੋ ਨਿਬੜਿਆ। ਜੇ ਸਭ ਤੋਂ ਪਹਿਲਾਂ ਝਾਤੀ ਮਾਰਦੇ ਆ ਤਾਂ ਦਿੱਲੀ ਦੇ ਵਿੱਚ ਸਿੱਧੂ ਹੈ, ਲੇਕਿਨ ਬਠਿੰਡੇ ਦੇ ਵਿੱਚ ਸਿੱਧੂ ਵਰਗੀ ਇੱਕ ਹੋਰ ਪੋਲਿਟਿਕਸ ਹੋ ਰਹੀ ਹੈ। ਕਾਂਗਰਸ ਦੇ ਅੰਦਰ ਹੀ ਇੱਕ ਵੱਖਰੀ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ ਔਰ ਵਿਦਨ ਪਾਰਟੀ, ਜਿਹਨੂੰ ਅਸੀਂ ਕਹਿੰਦੇ ਆ, ਪਹਿਲਾਂ ਸਿੱਧੂ ਨੂੰ ਨਿਪਟਾਉਣ ਦੀ ਕੋਸ਼ਿਸ਼ ਹੋਈ ਕਿਉਂਕਿ ਉਹ ਮੁੱਖ ਮੰਤਰੀ ਦਾ ਚਿਹਰਾ ਸੀ ਔਰ ਕਾਂਗਰਸ ਦੀ ਨਵੀਂ ਲੀਡਰਸ਼ਿਪ ਦਾ ਫੇਸ ਸੀਗਾ। ਹੁਣ ਮਨਪ੍ਰੀਤ ਬਾਦਲ ਦੁਆਲੇ ਖੰਡਾ ਕੱਢ ਲਿਆ ਗਿਆ ਔਰ ਜੇ ਅਸੀਂ ਵੇਖਦੇ ਹਾਂ ਕਿ ਸਰੂਪ ਚੰਦ ਸਿੰਗਲੇ ਨੇ ਮਾਈਨਿੰਗ ਦਾ ਮਸਲਾ ਉਠਾਇਆ ਸੀ, ਲੇਕਿਨ ਉਹਦੇ ਵਿੱਚ ਰਾਜਾ ਵੜਿੰਗ ਆਏ ਆ ਸੀਐਮ ਨੂੰ ਨਾਲ ਟੈਗ ਕਰਕੇ, ਕਹਿੰਦੇ ਕਿ ਇਹਦੇ ਤੇ ਕਾਰਵਾਈ ਕਰੋ। ਉਹਨਾਂ ਨੂੰ ਅੱਗੇ ਰੀਟਵੀਟ ਕਰਦੇ ਆ ਰਵਨੀਤ ਬਿੱਟੂ। ਹੁਣ ਕਾਂਗਰਸ ਦੇ ਅੰਦਰ ਦੂਜੀ ਪੀੜ੍ਹੀ ਦੀ ਜਿਹੜੀ ਸਿਆਸਤ ਆ, ਉਹਦੇ ਭਖਣ ਦਾ ਸਵਾਲ ਹੈ ਕਿ ਪਹਿਲਾਂ ਤਾਂ ਹੱਥੋਂ ਹੱਥ ਸਿੱਧੂ ਚੱਕਿਆ ਕਿ ਇਹਨੂੰ ਲਾਂਭੇ ਕਰੋ, ਤੇ ਜੇ ਸਿੱਧੂ ਕੈਪਟਨ ਦੀ ਲੜਾਈ ਦੇ ਵਿੱਚ ਮਨਪ੍ਰੀਤ ਬਾਦਲ ਕਿਤੇ ਬਦਲ ਹੋ ਸਕਦਾ ਸੀ ਤੇ ਸਭ ਤੋਂ ਪਹਿਲਾਂ ਉਹਨੂੰ ਵੀ ਨਿਪਟਾਉਣ ਦੀ ਕੋਸ਼ਿਸ਼ ਹੋਈ ਹੈ। ਸੋ ਇਹਦੇ ਤੇ ਗੱਲ ਕਰਾਂਗੇ, ਲੇਕਿਨ ਉਸ ਤੋਂ ਅੱਗੇ ਇਹ ਵੀ ਸਵਾਲ ਵੱਡਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਸ ਤਰ੍ਹਾਂ ਦਾ ਪ੍ਰਸਤਾਵ ਪੇਸ਼ ਕਰਦੀ ਹੈ ਹਾਈ ਕਮਾਂਡ। ਕੀ ਪੰਜਾਬ ਦੇ ਵਿੱਚ ਲੀਡਰਸ਼ਿਪ ਬਦਲਣ ਦਾ ਖਮਿਆਜ਼ਾ ਜਾਂ ਇਸ ਤਰ੍ਹਾਂ ਦਾ ਕੋਈ ਰਿਸਕ ਹਾਈ ਕਮਾਂਡ ਲੈਣ ਦੀ ਸਥਿਤੀ 'ਚ, ਜਾਂ ਕੋਈ ਉਹਨੂੰ ਬਦਲਵਾਂ ਆਪਸ਼ਨ ਦਿੱਤਾ ਜਾਊਗਾ? ਇਹਦੇ ਤੇ ਤੁਹਾਡੇ ਨਾਲ ਅੱਗੇ ਗੱਲ ਕਰਾਂਗੇ। ਲੇਕਿਨ ਬੀਜੇਪੀ, ਇੱਕ ਛੋਟੀ ਜਿਹੀ ਖਬਰ, ਉਹਨੇ ਮੈਨੂੰ ਬਹੁਤ ਦਿਲਚਸਪੀ ਵਾਲੀ ਸਾਈਡ ਲਿਆਂਦਾ। ਬੀਜੇਪੀ ਦੇ ਜੀਵਨ ਗੁਪਤਾ, ਵੈਸੇ ਉਹ ਵਧੀਆ ਲੀਡਰ ਨੇ, ਇਹ 'ਚ ਕੋਈ ਸ਼ੱਕ ਨਹੀਂਗਾ, ਉਹਨਾਂ ਦੇ ਜਨਰਲ ਸਕੱਤਰ, ਉਹ ਕਹਿੰਦੇ ਜੀ 117 ਹਲਕਿਆਂ 'ਚ ਬੀਜੇਪੀ ਨੇ ਅਬਜ਼ਰਵਰ ਲਾਤੇ ਕਿਉਂਕਿ ਅਸੀਂ ਇਸ ਵਾਰੀ 117 ਹਲਕੇ ਲੜਨੇ ਪੈਣੇ ਆ ਕਿਉਂਕਿ ਹੁਣ ਹੱਲ ਕੋਈ ਨਹੀਂਗਾ। ਲੇਕਿਨ ਜਦੋਂ ਸਮੱਸਿਆ ਅਜੇ ਸਰਵਾਈਵਲ ਦੀ ਸੀ, ਲੀਡਰਸ਼ਿਪ ਜਿਹੜੀ ਮੌਜੂਦਾ ਹੈ, ਜਿਹੜੀ ਅਜੇ 23-24 ਹਲਕਿਆਂ ਤੱਕ ਸੀਮਤ ਸੀ, ਉਹਨੂੰ ਵੀ ਲੋਕ ਵਿਚਰਨ ਨਹੀਂ ਦੇ ਰਹੇ। ਉਹਦੀ ਸਰਵਾਈਵਲ ਦੀ ਆਪਣੀ ਇੱਕ ਮੁਸ਼ਕਲ ਬਣੀ ਪਈ ਹੈ ਤੇ ਉਸ ਵੇਲੇ 117 ਦਾ ਰਿਸਕ ਤੇ 117 ਦਾ ਸੁਪਨਾ, ਇਹ ਕਿਹੋ ਜਿਹਾ? ਅਰਵਿੰਦ ਕੇਜਰੀਵਾਲ ਦਿੱਲੀੋਂ ਤਾਂ ਇੱਥੇ ਆ ਗਏ ਆ, ਮੇਰੇ ਖਿਆਲ ਪਹੁੰਚ ਹੀ ਗਏ ਹੋਣਗੇ ਜਾਂ ਪਹੁੰਚਣ ਵਾਲੇ ਹੋਣਗੇ ਕਿਉਂਕਿ ਉਹਨਾਂ ਨੂੰ ਭੱਜ ਨੱਠ ਕਰਨੀ ਆਉਂਦੀ ਆ। ਪੰਜਾਬ ਦੀ ਸਿਆਸਤ ਭਖਾਉਣ ਦੇ ਵਿੱਚ ਕੇਜਰੀਵਾਲ ਦੀ ਪਾਰਟੀ ਮੇਰੇ ਖਿਆਲ ਮੂਹਰਲੀਆਂ ਸਫਾਂ 'ਚ ਹੋਊਗੀ। ਅਕਾਲੀ ਤਾਂ ਡਿਫੈਂਸਿਵ ਨੇ, ਹਮਲਾਵਰ ਸਿਰਫ ਕੇਜਰੀਵਾਲ ਦੀ ਪਾਰਟੀ ਨੇ ਹੋਣਾ ਹੈ। ਅੰਮ੍ਰਿਤਸਰ ਦੇ ਵਿੱਚ ਵੀ ਰੌਲਾ ਪਿਆ ਤੇ ਤੁਹਾਡਾ ਵਾਹ ਇਹਨਾਂ ਦਾ ਤਜਰਬਾ ਹੈ ਅੰਦਰ ਦਾ, ਮੈਨੂੰ ਪਤਾ ਹੈ। ਇੱਕ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਸਿੱਖ ਲੜਕੀ ਨਾਲ ਹੋਏ ਮਸਲੇ ਤੇ ਗੱਲ ਵੀ ਕਰਾਂਗੇ, ਲੇਕਿਨ ਸ਼ੁਰੂਆਤ 'ਚ ਮੈਂ ਤੁਹਾਨੂੰ ਉੱਥੋਂ ਲੈ ਕੇ ਆਉਣਾ ਚਾਹੁੰਦਾ ਕਿ ਜਿਹੜੀ ਕਾਂਗਰਸ ਦੀ ਪੋਲਿਟਿਕਸ ਹੈ, ਇੱਕ ਹੁਣ ਦਿੱਲੀ 'ਚ ਹੈ ਅੱਜ, ਤੇ ਦੂਜੀ ਬਠਿੰਡੇ 'ਚ ਪੂਰੀ ਮੱਗ ਗਈ ਮਾਈਨਿੰਗ ਨੂੰ ਲੈ ਕੇ। ਮਾਈਨਿੰਗ ਪੰਜਾਬ ਦਾ ਵੱਡਾ ਮਸਲਾ ਹੈ, ਕਿੱਥੋਂ ਸ਼ੁਰੂ ਕਰ ਦਿਓ? ਦੇਖੋ, ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਮਾਈਨਿੰਗ ਪੰਜਾਬ ਦਾ ਬਹੁਤ ਵੱਡਾ ਮਸਲਾ, ਖਾਸ ਤੌਰ ਤੇ ਰੇਤਾ ਬਜਰੀ ਦੀ ਮਾਈਨਿੰਗ, ਔਰ ਜਿਹੜੀ 18-29 ਪ੍ਰੋਗਰਾਮ ਪਿਛਲੇ ਦਿਨਾਂ ਦੌਰਾਨ ਹਾਈ ਕਮਾਂਡ ਨੇ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ, ਉਹਦੇ ਵਿੱਚ ਵੀ ਇੱਕ ਅਹਿਮ ਮਸਲਾ। ਔਰ ਜਦੋਂ ਸਨ 2017 ਦੇ ਵਿੱਚ ਅਸੈਂਬਲੀ ਚੋਣਾਂ ਹੁੰਦੀਆਂ ਵਿਧਾਨ ਸਭਾ ਦੀਆਂ, ਉਸ ਟਾਈਮ ਵੀ ਇਹ ਇੱਕ ਬਹੁਤ ਵੱਡਾ ਮਸਲਾ ਬਣਦਾ ਤਾਂ ਕਿ ਲੋਕਾਂ ਦੀ ਜਿਹੜੀ ਸਪੋਰਟ ਆ, ਲੋਕਾਂ ਦੀ ਜਿਹੜੀ ਹਮਾਇਤ ਆ, ਉਹ ਹਾਸਲ ਕੀਤੀ ਜਾ ਸਕੇ। ਹੁਣ ਆਪਾਂ ਆਉਨੇ ਆ ਇਸ ਤਰ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣਾ ਦੀ ਪੋਲਿਟਿਕਸ ਤੇ। ਦੇਖੋ, ਯੰਗ ਲੀਡਰ ਨੇ ਔਰ ਹਮੇਸ਼ਾ ਹੀ ਜਿਹੜੇ ਹੈ ਏਦਾਂ ਲੱਗਦਾ ਸੀ ਕਿ ਇਸ ਤਰ੍ਹਾਂ ਦੇ ਜਿਹੜੇ ਚਿਹਰੇ ਨੇ, ਔਰ ਕਿਸੇ ਟਾਈਮ ਇਹ ਜਿਹੜੇ ਬੰਦੇ ਆ, ਇਹ ਰਾਹੁਲ ਗਾਂਧੀ ਉਹਨਾਂ ਨੇ ਆਪ ਹੈਂਡ ਪਿਕ ਆਪ ਚੁੱਕੇ ਹੋਏ ਸੀ ਕਿ ਇਹਨਾਂ ਦੇ ਵਿੱਚ ਕਿਸੇ ਨਾ ਕਿਸੇ ਉਹਨਾਂ ਨੂੰ ਭਵਿੱਖ ਨਜ਼ਰ ਆਉਂਦਾ ਸੀ। ਲੇਕਿਨ ਕਿਤੇ ਨਾ ਕਿਤੇ ਇਹਨਾਂ ਨੇ ਵੀ ਆਪਣੀ ਰਾਜਨੀਤੀ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਤੋਂ ਰਾਜਨੀਤਿਕ ਗਲਤੀਆਂ ਹੋਈਆਂ। ਇਹਨਾਂ ਤੇ ਵੀ ਕਿਸੇ ਟਾਈਮ ਤੇ ਡਰੱਗ ਦੇ ਇਲਜ਼ਾਮ ਲੱਗੇ ਸੀ ਤੇ ਵਿਧਾਨ ਸਭਾ ਦੇ ਵਿੱਚ ਮੈਨੂੰ ਆਪ ਯਾਦ ਆ, ਮੈਂ ਉੱਥੇ ਬੈਠਾ ਸੀ, ਇੱਕ ਤਰ੍ਹਾਂ ਰੋ ਪਏ ਸੀ ਵੀ ਮੇਰੇ ਖਿਲਾਫ ਜਾਂਚ ਕਿਉਂ ਸ਼ੁਰੂ ਕਰ ਦਿੱਤੀ, ਇਹ ਵੈਂਡੇਟਾ। ਕਿਉਂਕਿ ਉਦੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਜਿਹੜੀ ਇਹ ਉਸ ਟਾਈਮ ਸੱਤਾ ਦੇ ਵਿੱਚ ਸੀ। ਹੁਣ ਗੱਲ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਇਹਦੇ ਨਾਲ ਲੈ ਕੇ ਮਨਪ੍ਰੀਤ ਬਾਦਲ ਦੀ ਆ, ਕਿਉਂਕਿ ਅਮਰਿੰਦਰ ਸਿੰਘ ਉਹਨਾਂ ਦਾ ਜਿਹੜਾ ਰਾਜਾ ਵੜਿੰਗ ਆ, ਇਹਨਾਂ ਦਾ ਬਿਆਨ ਆਉਂਦਾ ਕਿ ਜਿਹੜੀ ਰੇਤਾ ਬਜਰੀ ਦੀ ਜਿਹੜੀ ਮਾਈਨਿੰਗ ਪਾਲਿਸੀ ਹੈ, ਇੱਥੇ ਕਿਤੇ ਨਾ ਕਿਤੇ ਸਟੇਟ ਨੂੰ ਵਿੱਚ ਆਉਣਾ ਚਾਹੀਦਾ। ਇਹ ਸਰਕਾਰੀ ਤੌਰ ਤੇ ਇਹਦੇ ਜਿਹੜੇ ਆ ਉਹ ਫੈਸਲੇ ਹੋਣੇ ਚਾਹੀਦੇ, ਯਾਨੀ ਕਿ ਕਬਜ਼ਾ ਜਾਂ ਕੰਟਰੋਲ ਆ ਉਹ ਸਰਕਾਰ ਦਾ ਹੋਣਾ ਚਾਹੀਦਾ, ਇਹ ਉਹਨਾਂ ਨੇ ਕਹੀ ਹੈ, ਤਾਂ ਕਿ ਜਿਹੜੇ ਪ੍ਰਾਈਵੇਟ ਹੱਥਾਂ ਦੇ ਵਿੱਚ ਇਹ ਚੀਜ਼ ਚੱਲ ਰਹੀ ਆ ਉਸ ਤੇ ਕਿਤੇ ਨਾ ਕਿਤੇ ਕੰਟਰੋਲ ਕੀਤਾ ਜਾ ਸਕੇ। ਇਹ ਉਸੇ ਤਰ੍ਹਾਂ ਦਾ ਮਸਲਾ ਰੰਧਾਵਾ ਜੀ, ਜਿਸ ਤਰ੍ਹਾਂ ਰਜ਼ੀਆ ਸੁਲਤਾਨਾ ਮਲੇਰਕੋਟਲਾ ਦੇ ਨੇ ਜਿਹੜੇ, ਉਹਨਾਂ ਦਾ ਕਹਿਣਾ ਸੀ
ਜਾਂ ਜਿਹੜੇ ਨਵਜੋਤ ਕੌਰ ਸਿੱਧੂ ਹੋਣਾ ਦੇ ਧਰਮ ਪਤਨੀ ਨਵਜੋਤ ਕੌਰ, ਉਹਨਾਂ ਦਾ ਕਹਿਣਾ ਸੀ ਕਿ ਆਪਾਂ ਇਸ ਤਰ੍ਹਾਂ ਕਰੀਏ, ਡਰੱਗ ਦੇ ਮਸਲੇ ਔਰ ਖਾਸ ਤੌਰ ਤੇ ਫੀਮ ਦੀ ਖੇਤੀ ਸ਼ੁਰੂ ਕਰ ਦਈਏ। ਆਮ ਆਦਮੀ ਪਾਰਟੀ ਦੇ, ਤੁਹਾਨੂੰ ਯਾਦ ਹੋਣਾ, ਜਿਹੜੇ ਧਰਮਵੀਰ ਗਾਂਧੀ ਨੇ, ਸਾਬਕਾ MP ਪਟਿਆਲੇ ਤੋਂ, ਉਹਨਾਂ ਨੇ ਵੀ ਇਸ ਚੀਜ਼ ਦੀ ਪ੍ਰੋੜਤਾ ਕੀਤੀ ਸੀ। ਸੋ ਕਹਿਣ ਦਾ ਮਤਲਬ ਆ ਕਿ ਕਈ ਵਾਰੀ ਉਸੇ ਚੀਜ਼ ਨੂੰ ਲੈ ਕੇ ਜਦੋਂ ਕਹਿੰਦੇ ਆ ਕਿ ਬਿਲਕੁਲ ਬੈਨ ਲਾ ਦਿਓ, ਇਹਨੂੰ ਖਤਮ ਕਰ ਦਿਓ, ਬੰਦ, ਦੇਖੋ ਰੇਤਾ ਬਜਰੀ ਲੋਕਾਂ ਦੀ ਜ਼ਰੂਰਤ ਆ, ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ, ਲੇਕਿਨ ਇਲੀਗਲ ਮਾਈਨਿੰਗ ਆ ਜਿਹੜੀ, ਜਾਂ ਜਿਸ ਹਿਸਾਬ ਨਾਲ ਹੋ ਰਹੀ ਆ, ਔਰ ਚੰਦ ਹੱਥਾਂ ਦੇ ਵਿੱਚ, ਕੁਝ ਚੰਦ ਵਿਅਕਤੀਆਂ ਦੇ ਜਿਹੜੇ ਹੱਥਾਂ ਦੇ ਵਿੱਚ ਪੈਸਾ ਜਾ ਰਿਹਾ, ਔਰ ਸਟੇਟ ਦੀ ਜਿਹੜਾ ਰੈਵਨਿਊ ਆ, ਸਟੇਟ ਦਾ ਮਾਲੀਆ, ਉਹਦੀ ਲੁੱਟ ਖਸੁੱਟ ਹੋ ਰਹੀ ਆ, ਉਸ ਚੀਜ਼ ਨੂੰ ਚੈੱਕ ਕਰਨ ਦੀ ਗੱਲ ਆਉਂਦੀ ਹੈ। ਤੇ ਇਸ ਕਰਕੇ ਜਿਹੜੇ ਲੋਕ ਆ ਇਸ ਦਾ ਮਸਲਾ ਉਠਾਉਂਦੇ ਨੇ। ਜਿੱਥੋਂ ਤੱਕ ਰਹਿ ਗਈ ਮਨਪ੍ਰੀਤ ਜੀ, ਮੈਂ ਤੁਹਾਡੇ ਇਹਦੇ ਚ ਇੱਕ ਗੱਲ ਸ਼ਾਮਲ ਕਰਨੀ। ਅਸੀਂ ਨਿੱਕੇ ਹੁੰਦੇ ਸੀ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੋਊਗਾ, ਅਸੀਂ ਛੋਟੇ ਹੁੰਦੇ ਸੀ ਤਾਂ ਜਿਹਨੂੰ ਕਿਸੇ ਨੂੰ ਕਦੇ ਘਰ ਮਾੜਾ ਮੋਟਾ ਬਣਾਉਣਾ ਹੁੰਦਾ ਸੀ, ਉਦੋਂ ਬਹੁਤੇ ਵੱਡੀਆਂ ਕੋਠੀਆਂ ਤਾਂ ਪੈਂਦੀਆਂ ਨਹੀਂ ਸੀ, ਤੇ ਕਹਿੰਦੇ ਸੀਗੇ ਵੀ ਚਲੋ ਟਰਾਲੀ ਲੈ ਜਾਓ। ਪਹਿਲਾਂ ਤਾਂ ਰੇੜਿਆਂ ਤੇ ਲੈ ਆਉਂਦੇ ਹੁੰਦੇ ਸੀ, ਲਾਗੇ ਸੱਕੀ ਚੋਂ, ਨਾਲੇ ਚੋਂ, ਨਹਿਰ ਚੋਂ ਰੇਤ ਕੱਢ ਲਿਆਉਣੀ, ਕੋਈ ਪੁੱਛਣ ਦੱਸਣ ਵਾਲਾ ਨਹੀਂ ਸੀ। ਵੇਂਦਿਆਂ ਵੇਂਦਿਆਂ ਭਾਜੀ ਇਹ ਮਨਪ੍ਰੀਤ ਜੀ ਤਜਾਰਤ ਬਣ ਗਈ, ਇਹ ਵਪਾਰ ਬਣ ਗਿਆ। ਹੌਲੀ ਹੌਲੀ ਫਿਰ ਕਿਤੇ ਨਾ ਕਿਤੇ ਕੋਈ ਬੰਦਾ ਖਲੋਤਾ ਮਿਲਣ ਲੱਗ ਗਿਆ, ਨਹੀਂ ਨਹੀਂ ਜੀ ਇਹਦਾ ਤਾਂ ਠੇਕਾ ਹੋਇਆ। ਫਿਰ ਜਦੋਂ ਅੱਗੇ ਅੱਗੇ ਵੱਧਦੇ ਗਏ, ਜਦੋਂ ਅਸੀਂ ਪਿਛਲੀ 10 ਸਾਲ ਦੀ ਸਰਕਾਰ ਦੇਖੀ ਜਾਂ ਉਸ ਤੋਂ ਪਹਿਲਾਂ ਦੀਆਂ ਅਮਰਿੰਦਰ ਔਰ ਬਾਦਲ ਕਿਆਂ ਦੀ ਗਵਰਨਮੈਂਟ ਦੇਖੀ, ਇਹ ਏਡਾ ਵੱਡਾ ਧੰਦਾ ਬਣ ਗਿਆ। ਫਿਰ ਤਾਂ ਸੁਣਿਆ ਕਿ ਓਵਰਨਾਈਟ ਇਹਦੇ ਚੋਂ ਸੈਂਕੜੇ ਕਰੋੜ ਆਏ। ਸਭ ਤੋਂ ਜ਼ਿਆਦਾ ਜੇਕਰ ਕੋਈ ਬੈਨੀਫਿਟ ਹੋ ਸਕਦਾ ਸੀ, ਉਹ ਲਿਕਰ ਚੋਂ ਔਰ ਮਾਈਨਿੰਗ ਚੋਂ, ਸਟੇਟ ਰੈਵਨਿਊ ਚ ਹੋ ਸਕਦਾ ਸੀ, ਲੇਕਿਨ ਉਹ ਸਰਕਾਰੀ ਖਜ਼ਾਨੇ ਚ ਨਾ ਜਾ ਕੇ ਜਿਹੜੇ ਵੱਡੇ ਵੱਡੇ ਮਹਿਲ ਉਸਰੇ ਆ, ਉਹਨਾਂ ਦੀਆਂ ਨੀਹਾਂ ਚ ਪਿਆ। ਵੈਸੇ ਤਕਲੀਫ ਬੜੀ ਹੁੰਦੀ ਹੈ ਮਨਪ੍ਰੀਤ ਜੀ, ਸੱਚੀ ਇੰਜ ਦਿਲ ਕਰਦਾ ਹੈ, ਕਹਿੰਦੇ ਤਾਂ ਸੀਗੇ ਕੈਲੀਫੋਰਨੀਆ ਬਣਾ ਦੇਣਾ ਸਾਰੇ ਹੀ, ਤੇ ਬਣਾਉਣ ਤੁਰ ਪਏ ਸਿਵੇ ਤੇ ਮੜੀਆਂ। ਮੈਨੂੰ ਇੰਜ ਲੱਗਦਾ ਅਸੀਂ ਬੰਜਰ ਸਿਰਜਲੇ, ਬੰਜਰ। ਰੰਧਾਵਾ ਜੀ, ਬਿਲਕੁਲ ਤੁਸੀਂ ਠੀਕ ਕਿਹਾ ਕਿ ਜਿਹੜਾ ਆਪਾਂ, ਮੈਨੂੰ ਅੱਜ ਵੀ ਯਾਦ ਹੈ ਕਿ ਲੋਕਾਂ ਦੇ ਘਰੇ ਜੇ ਮੰਨ ਲਓ ਰੇਤਾ ਵੱਧ ਜਾਂਦਾ ਸੀ, ਕਿਸੇ ਦੀ ਉਸਾਰੀ ਚੱਲ ਰਹੀ ਸੀ, ਕੰਸਟਰਕਸ਼ਨ ਚੱਲਦੀ ਹੁੰਦੀ ਸੀ, ਤੇ ਉਹ ਕਹਿੰਦਾ ਸੀ ਤੁਸੀਂ ਚੱਕ ਕੇ ਲੈ ਜਾ, ਇਹਦੀ ਕੋਈ ਇੰਨੀ ਅਹਿਮੀਅਤ ਨਹੀਂ ਸੀ ਮੰਨੀ ਜਾਂਦੀ, ਚਲੋ ਕਿਸੇ ਦੇ ਕੰਮ ਆ ਜਾਊਗਾ। ਤੁਸੀਂ ਗੱਲ ਕੀਤੀ ਕਿ ਉਹ ਵੱਡੇ ਹੱਥਾਂ 'ਚ ਚਲਾ ਗਿਆ, ਮੈਂ ਕਹਿੰਦਾ ਉਹ ਵੱਡੇ ਹੱਥਾਂ ਤੋਂ ਹੁਣ ਰਾਜਨੇਤਾਵਾਂ ਦੇ, ਜਿਹੜੇ ਪੋਲੀਟੀਸ਼ੀਅਨਸ ਦੇ ਹੱਥ ਚਲਾ ਗਿਆ। ਇਸ ਉੱਤੇ ਰੇਤਾ ਬਜਰੀ ਤੇ ਕਿਸੇ ਟਾਈਮ ਜਾਂ ਕਿਸੇ ਵਕਤ, ਅੱਜ ਤੋਂ 50 ਸਾਲ ਪਹਿਲਾਂ ਜਾਂ 25 ਸਾਲ ਪਹਿਲਾਂ, ਇਹ ਸੋਚਣਾ ਕਿ ਇਸ ਉੱਤੇ ਰਾਜਨੀਤੀ ਹੋਊਗੀ, ਇਸ ਨਾਲ ਸਰਕਾਰਾਂ ਬਣਨਗੀਆਂ ਜਾਂ ਟੁੱਟਣਗੀਆਂ, ਇਹ ਕਦੇ ਅਸੀਂ ਅੱਜ ਤੱਕ ਸੋਚਿਆ ਵੀ ਨਹੀਂ ਸੀ। ਲੇਕਿਨ ਇਹ ਗੱਲ ਹੁਣ ਹੋ ਗਈ ਆ। ਔਰ ਜਿੱਥੋਂ ਤੱਕ ਤੁਹਾਡਾ ਇਹ ਕਿਹਾ ਕਿ ਯੰਗ ਚਿਹਰੇ ਆਉਣੇ, ਪਹਿਲਾਂ ਤਾਂ ਇੱਕ ਬੰਦੇ ਨੂੰ ਨਿਪਟਾਇਆ ਨਹੀਂ ਵੈਸੇ ਹਜੇ ਤੱਕ ਗਿਆ ਇਹਨਾਂ ਤੋਂ, ਕਿਉਂਕਿ ਹਜੇ ਉਹ ਮਸਲਾ ਚੱਲਦਾ, ਨਵਜੋਤ ਸਿੰਘ ਸਿੱਧੂ ਦੀ ਤੁਹਾਡਾ ਇਸ਼ਾਰਾ। ਇਸੇ ਤਰ੍ਹਾਂ ਮਨਪ੍ਰੀਤ ਬਾਦਲ, ਦੇਖੋ ਚੰਦ ਕੁਝ ਲੀਡਰਸ ਨੇ, ਇਹ ਤੁਹਾਡੀ ਗੱਲ ਬਿਲਕੁਲ ਠੀਕ ਆ, ਜਿਹੜੇ ਅੱਜ ਵੀ ਹੋ ਸਕਦਾ ਕਿ ਉਹਨਾਂ ਨੂੰ ਹਾਈ ਕਮਾਂਡ ਵੱਲੋਂ, ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਕਿਤੇ ਨਾ ਕਿਤੇ ਥਾਪਿਆ ਜਾਂਦਾ। ਮਨਪ੍ਰੀਤ ਬਾਦਲ ਹੋਣਾ ਦੀ ਇੱਕ ਗੱਲ ਆ ਕਿ ਉਹ ਹਜੇ ਤੱਕ ਬਿਲਕੁਲ ਚੁੱਪ ਰਹੇ ਆ, ਕਿਸੇ ਪਾਸੇ ਤੇ ਉਹ ਨਹੀਂ ਆ। ਇੱਕ ਤਰ੍ਹਾਂ ਦੇ ਉਹ ਬੈਲੈਂਸਡ ਲੀਡਰ ਮੰਨੇ ਜਾਂਦੇ ਨੇ, ਇਹ ਸਮਝਿਆ ਜਾਂਦਾ ਕਿ ਬੜਾ ਸੋਚ ਸਮਝ ਕੇ ਉਹ ਬੋਲਦੇ ਨੇ। ਲੇਕਿਨ ਉਹਨਾਂ ਦਾ ਇੱਕ ਪਿਛੋਕੜਾ, ਆਪਾਂ ਪਹਿਲਾਂ ਵੀ ਇੱਕ ਵਾਰੀ ਇਸ ਦੇ ਬਾਰੇ ਗੱਲ ਕੀਤੀ ਸੀ, ਉਹ ਪਿਛੋਕੜਾ ਜਿਹੜਾ ਉਹਨਾਂ ਦਾ ਅਤੀਤ ਆ, ਉਹਨੂੰ ਉਹ ਭੁਲਾ ਨਹੀਂ ਸਕਦੇ, ਕਿਉਂਕਿ ਉਹ ਬਾਦਲ ਪਰਿਵਾਰ ਦੇ ਨਾਲ ਜੁੜਿਆ ਹੋਇਆ। ਇਹ ਤਾਂ ਹੋ ਸਕਦਾ ਕਿ ਉਹਨਾਂ ਨੂੰ ਪਾਰਟੀ ਅਹਿਮ ਅਹੁਦਾ ਦੇ ਦੇ, ਜਾਂ ਉਹਨਾਂ ਨੂੰ ਕੋਈ ਅਹਿਮੀਅਤ ਦੇ ਦੇ, ਜਾਂ ਉਹਨਾਂ ਨੂੰ ਸੈਂਟਰਲ ਦੇ ਵਿੱਚ ਲੈ ਕੇ ਜਿਹੜਾ ਉਹਨਾਂ ਦਾ ਰੁਤਬਾ ਉਹ ਚੱਕਿਆ ਜਾ ਸਕੇ। ਲੇਕਿਨ ਸਟੇਟ ਦੇ ਵਿੱਚ ਜੇ ਸਿਖਰ ਤੇ ਉਹਨਾਂ ਨੂੰ ਬਿਠਾਉਣ ਦਾ ਜਿਹੜਾ ਮਸਲਾ, ਉਸ ਬਾਰੇ ਬਹੁਤ ਸਾਰੇ ਪ੍ਰਸ਼ਨ ਚਿੰਨ੍ਹ ਨੇ, ਬਹੁਤ ਸਾਰੇ ਕਿੰਤੂ ਪਰੰਤੂ ਨੇ। ਇਸੇ ਕਰਕੇ ਜਿਹੜਾ ਹੈ, ਹਾਂ ਇਹ ਠੀਕ ਆ, ਆਪਸ ਦੇ ਵਿੱਚ ਜਿਹੜੀ ਇਹਨਾਂ ਦੀ ਲੋਕਲ ਪੋਲਿਟਿਕਸ ਆ, ਚਾਹੇ ਉਹ ਗਿੱਦੜਬਾਹੇ ਤੱਕ ਸੀਮਿਤ ਆ। ਆਪਾਂ ਨੂੰ ਇਹ ਵੀ ਪਤਾ, ਦੇਖੋ ਇਸ ਬਾਰੇ ਵੀ ਪਤਾ, ਜਿਹੜਾ ਗਿੱਦੜਬਾਹਾ ਕਨਸਟੀਚੁਐਂਸੀ ਆ, ਜਿੱਥੇ ਮਨਪ੍ਰੀਤ ਬਾਦਲ ਲੜਦੇ ਰਹੇ ਆ ਔਰ ਲਗਾਤਾਰ ਜਿੱਤਦੇ ਰਹੇ ਆ, ਔਰ ਖਾਸ ਤੌਰ ਤੇ ਉਸ ਟਾਈਮ ਜਿੱਤਦੇ ਰਹੇ ਆ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਨਾਲ ਹੁੰਦੇ ਸੀ। ਤੇ ਮੈਨੂੰ ਅੱਜ ਵੀ ਯਾਦ ਆ ਉਹ ਇਲੈਕਸ਼ਨ ਜਿਹਨੇ ਪੰਜਾਬ ਦਾ ਪਾਸਾ ਪਲਟਤਾ ਸੀ, ਜਦੋਂ ਸਰਦਾਰ ਬੇਅੰਤ ਸਿੰਘ ਹੁਣੀ ਹੁੰਦੇ ਸੀ, ਤੇ ਬੜੀ ਵੱਡੀ ਉਹ ਇਲੈਕਸ਼ਨ ਹੁੰਦੀ ਸੀ, ਦੋਨਾਂ ਧਿਰਾਂ ਦੇ ਨੱਕ ਦਾ ਸਵਾਲ ਬਣ ਗਿਆ ਸੀ, ਤੇ ਉਸ ਟਾਈਮ ਉਹ ਇਲੈਕਸ਼ਨ ਜਿੱਤੀ ਗਈ ਸੀ, ਤੇ ਫਿਰ ਮੋੜ ਪਿਆ ਸੀ ਰਾਜਨੀਤੀ ਨੂੰ। ਉਹ ਮਨਪ੍ਰੀਤ ਬਾਦਲ ਦੀ ਆਮਦ ਸੀਗੀ ਸਿਆਸਤ ਵਿੱਚ ਗਿੱਦੜਬਾਹੇ ਤੋਂ। ਤੇ ਫਿਰ ਮੈਨੂੰ ਲੱਗਦਾ ਜਿਵੇਂ ਪਾਸ਼ ਤੇ ਦਾਸ਼ ਦਾ ਰਿਸ਼ਤਾ ਰਿਹਾ ਹੈ, ਉਹ ਰਿਸ਼ਤਾ ਕਿਸੇ ਵੇਲੇ ਵੀ ਜੋਸ਼ ਮਾਰ ਸਕਦਾ ਹੈ। ਪਿੱਛੇ ਜੇ ਯਾਦ ਹੈ ਤੁਹਾਨੂੰ, ਪਰਿਵਾਰ ਦੇ ਵਿੱਚ ਜਦੋਂ ਛੋਟੇ ਭਾਈ ਚਲੇ ਗਏ, ਪ੍ਰਕਾਸ਼ ਸਿੰਘ ਬਾਦਲ ਕਾਫੀ ਨਿੱਠ ਕੇ ਬਹਿੰਦੇ ਰਹੇ। ਕਿਸੇ ਦਿਨ ਵੀ ਉਹ ਆਪਣੇ ਭਤੀਜੇ ਦੇ ਘਰ ਗੇੜਾ ਮਾਰ ਕੇ ਕਹਿ ਸਕਦੇ ਆ, ਦੋ ਅਥਰੂ ਕੱਢ ਕੇ, ਤੇਰੇ ਬਿਨ ਸਰਦਾ ਨਹੀਂ, ਤੇਰੇ ਭਰਾ ਦੀਆਂ ਬਾਹਾਂ ਜਿਹੜੀਆਂ ਨੇ ਉਹ ਤੋਂ ਬਣ, ਇਹ ਏਦਾਂ ਸਿਆਸਤ ਚੱਲਣੀ ਨਹੀਂ, ਵਿਰਾਸਤ ਮਰੇ ਨਾ। ਇਹ ਕਿਸੇ ਦਿਨ ਵੀ ਸਿਆਸਤ ਵਿੱਚ ਕੋਈ ਇਮੋਸ਼ਨਲ ਸੀਨ ਸਿਰਜਿਆ ਜਾ ਸਕਦਾ। ਇਹ ਤਾਂ ਲੋਕ ਕਹਿੰਦੇ ਹੀ ਆ ਵੀ ਮਨਪ੍ਰੀਤ ਬਾਦਲ ਦੋਨੇ ਹੱਥੀਂ ਸੇਫ ਗੇਮ ਖੇਡਦੇ ਆ। ਜਿੱਦਣ ਕਾਂਗਰਸ ਦੇ ਵਿੱਚ ਦਮ ਘੁੱਟਿਆ, ਉਦਣ ਚਾਚਾ ਜਾਂ ਤਾਇਆ ਉੱਠ ਕੇ ਆ ਜਾਊ,
ਔਰ ਨਾਲ ਕਲਾਵੇ ਚ ਲੈ ਕੇ ਤੁਰ ਜੋ ਮਨਪ੍ਰੀਤ ਉਦਨ ਸੁਖਬੀਰ ਦੀਆਂ ਬਾਹਾਂ ਹੋਣਗੀਆਂ, ਜਾਂ ਸੁਖਬੀਰ, ਉਹ ਕਹਿੰਦੇ ਨਾ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ। ਹੁਣ ਗੱਲ ਤੁਸੀਂ ਅੱਗੇ ਤੋਰ ਲਓ, ਮੈਂ ਨਹੀਂ ਦਾਵਾ ਕਰਦਾ, ਵਾਪਰ ਕੁਝ ਵੀ ਸਕਦਾ, ਸੰਭਾਵਨਾਵਾਂ ਦੀ ਪੱਕੀ ਗੇਮ ਆ ਸਿਆਸਤ। ਤੇ ਸਿਆਸਤ ਹੀ ਕਿਉਂ, ਹੁਣ ਤਾਂ ਜ਼ਿੰਦਗੀ 'ਚ ਹੀ ਸੰਭਾਵਨਾਵਾਂ ਬੜੀਆਂ ਖੁੱਲ ਗਈਆਂ। ਕੀ ਕਹਿੰਦੇ ਹੋ ਜੀ? ਦੇਖੋ, ਮਨਪ੍ਰੀਤ ਬਾਦਲ ਦੀ ਜਿਸ ਤੱਕ ਗੱਲ ਕਹੀਏ ਤੇ ਆਪਾਂ ਗੱਲ ਬਿਲਕੁਲ ਇਹ ਤੋਰਾਂਗੇ, ਤੇ ਗੱਲ ਇਹ ਹੈ ਰੰਧਾਵਾ ਜੀ ਕਿ ਮਨਪ੍ਰੀਤ ਬਾਦਲ ਦੇ ਉੱਤੇ ਆਮ ਤੌਰ ਤੇ ਬੜਾ ਉਹਨਾਂ ਨੂੰ ਇਮਾਨਦਾਰ ਨੇਤਾ, ਵੱਖਰਾ ਚੱਲਣ ਵਾਲਾ ਨੇਤਾ ਮੰਨਿਆ ਜਾਂਦਾ ਸੀ। ਲੇਕਿਨ ਜਦੋਂ ਜਾਂਚ ਹੋਈ ਗਿੱਦੜਬਾਹਾ ਇਹਨਾਂ ਦੀ ਖਾਸ ਜਿਹੜਾ ਇਲਾਕਾ, ਉੱਥੇ ਪਤਾ ਲੱਗਾ ਕਿ ਬਹੁਤ ਸਾਰੇ ਜਿਹੜੀ ਵਿਰੋਧੀ ਪਾਰਟੀ ਦੇ ਨੇਤਾ ਸੀ ਉਹਨਾਂ ਤੇ ਬੜੇ ਝੂਠੇ ਪਰਚੇ ਵੀ ਪਾਏ ਗਏ। ਇਹ ਗੱਲਾਂ ਵਿਧਾਨ ਸਭਾ ਦੇ ਵਿੱਚ ਡਿਸਕਸ ਵੀ ਹੋਈਆਂ ਕਿ ਕੋਈ ਵੀ ਪੋਲੀਟੀਸ਼ੀਅਨ, ਕੋਈ ਵੀ ਰਾਜਨੇਤਾ ਆਪਣਾ ਜੋ ਮਰਜ਼ੀ ਅਕਸ ਲਈ ਫਿਰੇ, ਲੇਕਿਨ ਜਿਹੜੀ ਸੱਚਾਈ ਆ ਉਹ ਬਹੁਤ ਜ਼ਿਆਦਾ ਵੱਖਰੀ ਆ। ਫਿਰ ਮਨਪ੍ਰੀਤ ਬਾਦਲ ਬਾਰੇ ਕਿਸੇ ਟਾਈਮ ਇਹ ਕਿਹਾ ਜਾਂਦਾ ਸੀ ਕਿ ਸਿਕਿਉਰਿਟੀ ਨਹੀਂ ਲੈਂਦੇ, ਇਹ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਜਿਹੜਾ ਫੇਵਰ ਨਹੀਂ ਲੈਂਦੇ। ਬਾਅਦ ਚ ਪਤਾ ਲੱਗਾ ਕਿ ਉਹਨਾਂ ਨੇ ਸਿਕਿਉਰਿਟੀ ਵੀ ਬਹੁਤ ਲਿੱਤੀ ਆ, ਗੱਡੀ ਆਪ ਚਲਾਉਂਦੇ ਹੁੰਦੇ ਆ। ਹਾਂਜੀ ਹਾਂਜੀ, ਗੱਡੀ ਵੀ ਆਪ ਚਲਾਉਂਦੇ ਆ। ਲੇਕਿਨ ਇਹਨਾਂ ਦੇ ਬਾਵਜੂਦ ਵੀ ਇਹ ਸਾਰੀਆਂ ਗੱਲਾਂ ਬਾਹਰ ਆਉਂਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ, ਆਪਣਾ ਅਕਸ ਕੀ ਪੇਸ਼ ਕਰਨਾ ਜਾਂ ਲੋਕਾਂ ਦੇ ਵਿੱਚ ਅਕਸ ਕੀ ਕਹਿਣਾ। ਜਿਵੇਂ ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਜੇ ਕਿਸੇ ਬਾਰੇ ਪਤਾ ਕਰਨਾ ਹੋਵੇ, ਜੇ ਉਹਦਾ ਅਕਸ ਕੀ ਹੈ, ਤਾਂ ਜਾ ਕੇ ਉਹਦੇ ਗੁਆਂਢੀਆਂ ਨੂੰ ਪੁੱਛ ਲਓ, ਉਹ ਸਭ ਤੋਂ ਵੱਧ ਦੱਸ ਸਕਦਾ। ਚਾਹੇ ਤੁਸੀਂ ਕੈਨੇਡਾ, ਅਮਰੀਕਾ ਚਲੇ ਜਾਓ, ਉੱਥੇ ਜਾ ਕੇ ਆਪਣੇ ਆਪ ਨੂੰ ਜੋ ਮਰਜ਼ੀ ਤੁਸੀਂ ਪ੍ਰੋਜੈਕਟ ਕਰ ਦਿਓ, ਔਰ ਜਿਹੜੀ ਆਪਣੀ ਆਪ ਉੱਤੇ। ਸੋ ਇਸ ਕਰਕੇ ਜਿਹੜਾ ਤੁਹਾਡਾ ਇਲਾਕਾ, ਤੁਹਾਡਾ ਹਲਕਾ, ਉੱਥੇ ਕਿਸੇ ਵੀ ਪੋਲੀਟੀਸ਼ੀਅਨ ਬਾਰੇ, ਕਿਸੇ ਵੀ ਰਾਜਨੇਤਾ ਬਾਰੇ ਉੱਥੋਂ ਦੇ ਲੋਕ ਬਹੁਤ ਜਿਹੜਾ ਬਿਹਤਰ ਜਾਣਦੇ ਨੇ। ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਕਿਸ ਤਰ੍ਹਾਂ ਦੀ ਉਹਦੀ ਪ੍ਰੋਜੈਕਸ਼ਨ ਹੁੰਦੀ ਹੈ, ਇਹ ਇੱਕ ਵੱਖਰੀ ਗੱਲ ਆ। ਸੋ ਇਸ ਕਰਕੇ ਰੰਧਾਵਾ ਜੀ, ਵਾਪਸ ਆਪਾਂ ਉਸੇ ਗੱਲ ਤੇ ਆਉਂਦੇ ਆ, ਜਿਹੜੇ ਇਹ ਆਪਸ ਦੇ ਵਿੱਚ ਖਹਿਬਾਜ਼ੀ ਹੋ ਰਹੀ ਆ, ਜੋ ਇਹ ਟਾਕਰੇ ਹੋ ਰਹੇ ਆ, ਇਸੇ ਗੱਲ ਕਰਕੇ ਆ ਕਿ ਚਲੋ ਠੀਕ ਆ, ਉੱਪਰਲੀ ਸੀਟ ਤਾਂ ਕੋਈ ਸਾਂਭ ਲੂਗਾ, ਲੇਕਿਨ ਇਹ ਜਿਹੜੀਆਂ ਵਿਚਲੀਆਂ ਸੀਟਾਂ ਜਾਂ ਵਿਚਲੇ ਅਹੁਦੇ ਆ, ਇਹ ਕਿਤੇ ਆਪਣੇ ਹੱਥੋਂ ਨਾ ਨਿਕਲ ਜਾਣ, ਕਿਤੇ ਉੱਪਰਲੀ ਲੜਾਈ ਦੇ ਵਿੱਚ ਅਸੀਂ ਨਾ ਪਿੱਛੇ ਜਾਈਏ। ਜੀ ਬਿਲਕੁਲ ਠੀਕ, ਬਿਲਕੁਲ ਠੀਕ ਹੈ। ਔਰ ਮਨਪ੍ਰੀਤ ਬਾਦਲ ਨੂੰ ਜਦੋਂ ਸਿੰਗਲਾ ਨੇ ਘੇਰਿਆ ਤੇ ਅਕਾਲੀ ਦਲ ਨੇ ਤਾਂ ਹੱਲਾ ਬੋਲਣਾ ਸੀ। ਹਰਸਿਮਰਤ ਕੌਰ ਬਾਦਲ ਨੇ ਬੜੀ ਟਵੀਟ ਔਰ ਪਬਲਿਸ਼ ਕੀਤੇ ਪੋਸਟਾਂ ਜਿਹੜੀਆਂ ਫੇਸਬੁੱਕ ਤੇ। ਉਸ ਤੋਂ ਬਾਅਦ ਜਦੋਂ ਆਪਣੇ ਰਾਜਾ ਵੜਿੰਗ ਆਉਂਦੇ ਆ, ਤੇ ਰਾਜਾ ਵੜਿੰਗ ਉਹਨਾਂ ਦੇ ਸਾਲੇ ਤੇ ਹਮਲਾ ਬੋਲਦੇ ਆ, ਸ਼ਾਇਦ ਅਸਿੱਧੇ ਤੌਰ ਤੇ ਉਹ ਮਨਪ੍ਰੀਤ ਦਾ ਸਾਲਾ ਜਿਹੜਾ ਵਾ, ਉਹ ਵੜਿੰਗ ਦੇ ਸਾਲੇ ਤੇ ਹਮਲਾ ਬੋਲਦਾ ਹੈ। ਇਨ ਦਾ ਮੀਨ ਟਾਈਮ ਜਿਹੜਾ ਇਹ ਦ੍ਰਿਸ਼ ਬਣਦਾ ਹੈ, ਉਹ ਦ੍ਰਿਸ਼ ਬੜਾ ਦਿਲਚਸਪ ਹੈ ਕਿ ਜਿਨ੍ਹਾਂ ਦੇ ਚਿਹਰੇ ਸਾਫ਼ ਸ਼ਫਾਫ ਸੀਗੇ, ਉਹਨਾਂ ਤੇ ਦੋਸ਼ ਆਇਦ ਹੋਣੇ ਜਾਂ ਦੋਸ਼ ਲੱਗਣੇ, ਮੈਂ ਸਮਝਦਾ ਹਾਂ ਕਿ ਇਹ ਚੰਗੀ ਸਿਆਸਤ ਨਹੀਂ। ਕੁਝ ਇੱਕ ਚਿਹਰੇ ਹੀ ਸੀਗੇ ਜਿਨ੍ਹਾਂ ਨੂੰ ਵੇਖ ਕੇ ਲੋਕ ਕਹਿੰਦੇ ਸੀ ਚਲੋ ਘੱਟੋ ਘੱਟ ਜੇ ਕੰਮ ਨਹੀਂ ਕਰਦੇ ਤਾਂ ਮਾੜਾ ਤਾਂ ਨਹੀਂ ਕਰਦੇ, ਜੇ ਚੰਗਾ ਨਹੀਂ ਕਰਦੇ। ਲੇਕਿਨ ਮੈਂ ਹੁਣ ਗੱਲ ਤੁਹਾਨੂੰ ਲਿਆਉਣੀ ਆ ਸਿੱਧੂ ਤੇ। ਸਿੱਧੂ ਦਿੱਲੀ 'ਚ ਹੈ ਤੇ ਕੁਦਰਤੀ ਤੌਰ ਤੇ ਅੱਜ ਮੈਂ ਵੀ ਦਿੱਲੀ 'ਚ ਹਾਂ। ਮੈਨੂੰ ਇੰਝ ਲੱਗਦਾ ਹੈ ਕਿ ਸਿੱਧੂ ਲਈ ਅੱਜ ਦਾ ਦਿਨ ਬੜਾ ਫੈਸਲਾਕੁਨ ਹੋ ਸਕਦਾ। ਹਾਈ ਕਮਾਂਡ ਉਹਨਾਂ ਨੂੰ ਕੋਈ ਪ੍ਰਸਤਾਵ ਪੇਸ਼ ਕਰ ਸਕਦੀ ਹੈ, ਉੱਥੋਂ ਉਹਨਾਂ ਦੇ ਜਿਹੜੇ ਮੱਥੇ ਦੀ ਸ਼ਿਕਨ ਜਾਂ ਤਾਂ ਡੂੰਘੀ ਹੋ ਸਕਦੀ ਆ, ਜਾਂ ਉੱਥੇ ਮੁਸਕਰਾਹਟ ਸਿਰਜੀ ਜਾਊਗੀ। ਜੇ ਸਿੱਧੂ ਦੇ ਚਿਹਰੇ ਤੇ ਮੁਸਕਰਾਹਟ ਆਉਂਦੀ ਆ ਤਾਂ ਚੰਡੀਗੜ੍ਹ 'ਚ ਸੱਤਾ ਦੇ ਗਲਿਆਰਿਆਂ ਦੇ ਵਿੱਚ ਪਸੀਨਾ ਆਊਗਾ। ਸੋ ਇਹ ਜਿਹੜੇ ਸਮੀਕਰਨ ਆ, ਇਹਨਾਂ ਨੂੰ ਲੈ ਕੇ ਕਾਂਗਰਸ ਦੇ ਗਲਿਆਰਿਆਂ 'ਚ, ਹਲਕਿਆਂ 'ਚ ਦਿਲਚਸਪੀ ਆ, ਔਰ ਬੜੀ ਨੀਝ ਲਾ ਕੇ ਲੋਕ ਦੇਖ ਰਹੇ ਆ ਆਖਰ ਕੀ ਕਾਂਗਰਸ ਹਾਈ ਕਮਾਂਡ ਕੋਈ ਫੈਸਲਾ ਕਰ ਚੁੱਕੀ ਹੈ, ਜਾਂ ਅਜੇ ਸਿੱਧੂ ਦਾ ਮਨ ਟੋਣਾ ਚਾਹੁੰਦੀ ਹੈ, ਜਾਂ ਉਹ ਪੰਜਾਬ ਦੀ ਰਾਜਨੀਤੀ ਨੂੰ ਨਿਰਧਾਰਨ ਕਰਨ ਲਈ ਇੱਕ ਖਾਸ ਜਿਹੜਾ ਉਹਨਾਂ ਕੋਲ ਕੋਈ ਵੀ ਫਾਰਮੂਲਾ ਹੋਊਗਾ, ਉਹ ਅੱਜ ਇੰਪਲੀਮੈਂਟ ਕਰ ਦੂਗੀ, ਜਾਂ 2-4 ਦਿਨ ਹੋਰ ਅੱਗੇ, ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤੋਂ ਬਾਅਦ ਸੱਦਿਆ ਜਾਊਗਾ। ਆਖਰ ਸਿੱਟੇ ਤੇ ਪਹੁੰਚਣ ਲਈ ਹੋਰ ਕਿੰਨਾ ਸਮਾਂ ਲੱਗੂਗਾ। ਕਿਰਕਰੀ ਕਾਂਗਰਸ ਦੀ ਔਰ ਕਾਂਗਰਸ ਸਰਕਾਰ ਦੀ ਪੰਜਾਬ ਦੇ ਵਿੱਚ ਬਹੁਤ ਹੋ ਚੁੱਕੀ ਆ। ਕੇਜਰੀਵਾਲ ਨੂੰ ਬਹੁਤ ਮੌਕਾ ਮਿਲ ਗਿਆ, ਇਹ ਤਾਂ ਦੋਨੇ ਹੀ ਫੇਲ ਹੋ ਗਏ ਆ। ਫੇਲ ਹੋਇਆਂ ਦੇ ਸਾਹਮਣੇ ਇੱਕ ਪਾਸ ਦਿੱਲੀ ਵਾਲਾ ਬੈਠਾ ਹੋਇਆ ਵਾ। ਸੋ ਇਹ ਔਖਾ ਜਿਹਾ ਸਵਾਲ ਆ, ਇਹਨੂੰ ਹੱਲ ਕਰਨਾ ਕਿੱਦਾਂ ਦੇਖਦੇ ਹੋ? ਦੇਖੋ, ਕੋਈ ਵੀ ਸਵਾਲ ਆ ਇਸ ਤਰ੍ਹਾਂ ਦਾ ਰੰਧਾਵਾ ਜੀ, ਜਿੰਨਾ ਉਹਨੂੰ ਔਖਾ ਸਮਝ ਲਈਏ। ਪਿੱਛੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਕਿਹਾ ਸੀਗਾ ਕਿ ਔਖੇ ਸਵਾਲ ਪਹਿਲਾਂ ਕਰੋ, ਆਸਾਨ ਸਵਾਲ ਬਾਅਦ ਚ ਕਰੋ। ਖੈਰ, ਇਸ ਮੁੱਦੇ ਨੂੰ ਆਪਾਂ ਕਿਸੇ ਟਾਈਮ ਫੇਰ ਵਿਚਾਰਾਂਗੇ, ਤੇ ਉਹਨਾਂ ਤੇ ਇਸ ਗੱਲ ਤੇ ਵੀ ਬੜੀ ਚਰਚਾ ਹੋਈ ਸੀ। ਲੇਕਿਨ ਜਿਹੜੇ ਔਖੇ ਸਵਾਲ ਹੁੰਦੇ ਆ, ਉਹਨਾਂ ਨੂੰ ਕਿਸੇ ਨਾ ਕਿਸੇ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਜੇ ਉਹ ਔਖੇ ਸਵਾਲ ਜਿਹੜੇ ਆ ਉਹ ਉਲਝ ਜਾਣ, ਤਾਂ ਫਿਰ ਉਹ ਹਮੇਸ਼ਾ ਗੁੰਝਲਾਂ ਬਣ ਕੇ ਉੱਭਰਦੇ ਨੇ। ਉਹ ਕਦੇ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਹੋਵੇ ਜਾਂ ਆਮ ਆਪਣੀ ਜੀਵਨ ਦਾ ਕਿਸੇ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋਵੇ, ਉਹ ਫਿਰ ਜਿਹੜੀਆਂ ਗੁੰਝਲਾਂ ਉਹ ਖੁੱਲਦੀਆਂ ਨਹੀਂ। ਇਸੇ ਕਰਕੇ ਇਹ ਸਵਾਲ ਨੂੰ ਨਜਿੱਠਣਾ ਅੱਜ ਦੇ ਦੌਰ ਦੇ ਵਿੱਚ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਗੱਲ ਕੀਤੀ ਹੈ ਵੀ ਕਦੋਂ ਤੱਕ ਨਜਿੱਠਣਗੇ, ਇਹ ਗੱਲ ਬੜੀ ਕਲੀਅਰ ਕਰ ਦਿੱਤੀ ਸੀ ਹਰੀਸ਼ ਰਾਵਤ ਹੋਣਾ ਨੇ, ਜਿਹੜੇ AIC ਦੇ ਜਨਰਲ ਸੈਕਟਰੀ ਤੇ ਪੰਜਾਬ ਦੇ ਮਸਲਿਆਂ ਦੇ ਉਹ ਇੰਚਾਰਜ ਆ। ਉਹਨਾਂ ਨੇ ਕਿਹਾ ਸੀ ਕਿ 8 ਤੋਂ ਲੈ ਕੇ 10 ਜੁਲਾਈ ਤੱਕ
ਪੂਰੇ ਦਾ ਪੂਰਾ ਅਸੀਂ ਫੈਸਲਾ ਕਰ ਲਾਂਗੇ, ਸੰਗਠਨ ਦਾ ਫੈਸਲਾ ਕਰਾਂਗੇ, ਪਾਰਟੀ ਦਾ ਫੈਸਲਾ ਕਰਾਂਗੇ ਤੇ ਨਾਲ ਦੇ ਨਾਲ ਸਰਕਾਰ ਕਿਸ ਤਰ੍ਹਾਂ ਚਲਾਉਣੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਕਿਸ ਤਰ੍ਹਾਂ ਲੜਨੀਆਂ, ਇਹ ਸਾਰਾ ਮਸਲਾ ਆਪਸੀ ਵਿਵਾਦ ਇਹ ਸੁਲਝ ਜੂਗਾ। ਜਿਸ ਤੱਕ ਨਵਜੋਤ ਸਿੰਘ ਸਿੱਧੂ ਹੋਣਾ ਦਾ ਅੱਜ ਬੁਲਾਉਣ ਦੀ ਗੱਲ ਆ, ਇਹ ਗੱਲ ਬੜੀ ਸਪਸ਼ਟ ਆ ਰੰਧਾਵਾ ਜੀ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਦਾ ਆਫਰ ਦਿੱਤਾ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਇਹ ਉਹਨਾਂ ਨੂੰ ਆਪਣਾ ਲੁਭਾਇਆ ਜਾਏਗਾ ਕਿ ਤੁਸੀਂ ਥੋੜਾ ਜਿਹਾ ਠਰਮੇ ਨਾਲ ਚੱਲੋ, ਥੋੜਾ ਜਿਹਾ ਪੇਸ਼ੈਂਸ ਨਾਲ ਚੱਲੋ। ਕਾਂਗਰਸ ਜਿਹੜੀ ਜਾਂ ਰਾਜਨੀਤੀ ਆ, ਇਹ ਬੜੀ ਲੰਬੀ ਗੇਮ ਆ ਔਰ ਆਮ ਤੌਰ ਤੇ ਕਾਂਗਰਸ ਦੇ ਵਿੱਚ ਇਹ ਵੀ ਸਮਝਿਆ ਜਾਂਦਾ ਰੰਧਾਵਾ ਜੀ ਕਿ ਜੇ ਤੁਸੀਂ ਲੰਬਾ ਸਮਾਂ ਇਹਨਾਂ ਦੇ ਨਾਲ ਚੱਲੋ ਜਾਂ ਲੰਬੇ ਸਮੇਂ ਲਈ ਇਹਨਾਂ ਦੇ ਨਾਲ ਜੁੜੇ ਰਹੋ ਤੇ ਕਿਤੇ ਨਾ ਕਿਤੇ ਤੁਹਾਨੂੰ ਰਿਵਾਰਡ ਕਿਤੇ ਨਾ ਕਿਤੇ ਅਖੀਰ ਤੇ ਆ ਕੇ ਕੋਈ ਨਾ ਕੋਈ ਤੁਹਾਨੂੰ ਜ਼ਰੂਰ ਇਹ ਜਿਹੜਾ ਹੈਗਾ ਉਹ ਕਰਦੇ ਆ ਕੇ ਤੁਹਾਡੀ ਮਾਨ ਸਨਮਾਨ ਕਰਦੇ ਆ। ਜੀ ਰੰਧਾਵਾ ਜੀ, ਮੈਨੂੰ ਇਹ ਦੱਸੋ ਬਈ 17 ਤੋਂ ਉੱਤੇ ਵਾਲੇ ਤੇ ਬਥੇਰੇ ਪੋਲੀਟੀਸ਼ੀਅਨ ਦੇਖ ਲਏ, ਬੋਲਦੇ ਹੀ ਨਹੀਂ, ਬਸ ਸਾਜੇ ਹੋਏ ਨੇ ਤੇ ਥਾਪੇ ਹੋਏ ਨੇ। ਹੁਣ ਜੇ ਕੋਈ ਕੁਝ ਬਦਲਣਾ ਚਾਹੁੰਦਾ ਉਹਨੂੰ ਕਹਿੰਦੇ ਠਹਿਰ ਜਾ, ਸੰਭਲ ਜਾ, ਤੇਰੀ ਵਾਰੀ ਵੀ ਆਊਗੀ। ਉਹ ਪਾਤਰ ਦੀਆਂ 17 ਹੈਗੀਆਂ ਨਾ ਕਿ ਮਤਲਬ ਤੇਰੇ ਵੀ ਹਾਣ ਦਾ ਤੈਨੂੰ ਵਰ ਦਿਆਂਗੇ, ਤੂੰ ਸੰਭਲ ਤਾਂ ਸਹੀ, ਤੈਨੂੰ ਵੀ ਦਿਆਂਗੇ ਨਾ। ਸੋ ਮੇਰਾ ਮਤਲਬ ਇਹ ਹੈ ਕਿ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ, ਬੀਜੇਪੀ ਨੇ ਹੌਲੀ ਹੌਲੀ ਹੱਥ ਦੇ ਕੇ ਰੱਖਿਆ, ਉਹ ਰੁਕ ਜਾ, ਠਹਿਰ ਜਾ, ਕਰਦੇ ਆ ਤੇਰਾ। ਬਾਦਲ ਕਿਆ ਨੇ ਜੀਣਾ ਹਰਾਮ ਕਰ ਛੜਿਆ। ਇੱਕ ਵਾਰੀ ਉਹ ਭੰਡਾਰੀ ਪੁਲ ਤੇ, ਜਿਹਨੂੰ ਅੰਮ੍ਰਿਤਸਰ ਦਾ ਉੱਚਾ ਪੁਲ ਕਹਿੰਦੇ ਸੀ, ਉੱਥੇ ਮਰਨ ਵਰਤ ਤੇ ਬਹਿਣ ਲੱਗੇ ਸੀ ਤੇ ਓਵਰਨਾਈਟ ਬਾਦਲ ਸਾਹਿਬ ਨੇ ਮਨਾ ਲਿਆ ਸੀ, ਬੀਜੇਪੀ ਵਿੱਚ ਪੈ ਗਈ ਸੀ। ਤੁਹਾਨੂੰ ਯਾਦ ਹੈ? ਕਹਿੰਦੇ ਸੀ ਅੰਮ੍ਰਿਤਸਰ ਦਾ ਵਿਕਾਸ ਨਹੀਂ ਹੁੰਦਾ। ਉੱਥੇ ਵੀ ਦਮ ਘੁੱਟਦਾ ਰਿਹਾ, ਕਿਸੇ ਨੇ ਸੁਣੀ ਨਾ। ਹੁਣ ਕਾਂਗਰਸ ਵਾਲੇ ਵੀ 4.5 ਸਾਲਾਂ ਤੋਂ ਉਹਨੂੰ ਵਿਚਾਰੇ ਨੂੰ ਲੈ ਕੇ ਬੈਠੇ ਆ। ਉਹਦੀ ਤਾਂ ਉਮਰ ਏਦਾਂ ਹੀ ਕੱਢਤੀ। ਕਹਿੰਦੇ ਜੀ ਅਜੇ ਤੇਰੀ ਉਮਰ ਬੜੀ ਆ। ਜੇ ਬੰਦਾ ਰੰਗ ਰੁੰਗ ਕਰਕੇ ਮੇਰੇ ਵਾਂਗ ਦਾੜੀ ਕਾਲੀ ਕਰਕੇ ਰੱਖੇ ਦਾ ਮਤਲਬ ਇਹ ਥੋੜੀ ਆ ਵੀ ਉਹ ਅਜੇ ਹੁਣ 25 ਸਾਲਾਂ ਦਾ ਹੈ। ਉਮਰ ਤਾਂ ਉਹਦੀ ਵੀ ਲੰਘ ਗਈ। ਮੈਨੂੰ ਲੱਗਦਾ 55 ਦੇ ਆਸ-ਪਾਸ ਤੁਰਿਆ ਫਿਰਦਾ ਨਵਜੋਤ ਸਿੰਘ। ਇੱਥੇ ਜੇ ਸਰੀਰ ਦੇ ਵਿੱਚ ਇੱਥੇ ਇੱਕ ਸਰੀਰ ਦੇ ਵਿੱਚ ਦਵਾਈਆਂ ਜਾਣੀਆਂ ਸ਼ੁਰੂ ਹੋ ਜਾਂਦੀਆਂ, ਭਾਵੇਂ ਬੀਪੀ ਦੀਆਂ ਹੋਣ, ਭਾਵੇਂ ਕੋਈ ਹੋਰ ਹੋਣ, ਹੱਡੀਆਂ ਨੂੰ ਵੀ ਕੋਈ ਨਾ ਕੋਈ ਟੌਨਿਕ ਦੇਣੇ ਪੈਂਦੇ। ਸੋ ਮੈਨੂੰ ਲੱਗਦਾ ਬੰਦਾ ਨਕਾਰਾ ਕਰਕੇ ਕਹਿੰਦੇ ਕੁਰਸੀ ਤੇ ਬਿਠਾ ਕੇ ਹੁਣ ਬੈਠਾ ਰਿਹਾ, ਜਦੋਂ 2 ਜਣੇ ਫੜ ਕੇ ਉਠਾਉਂਦੇ ਉਹਨੂੰ। ਇੰਝ ਹੀ ਆ ਨਾ ਜੀ। ਸਿੱਧੂ ਐਰਕਾ ਨਹੀਂ ਮੈਨੂੰ ਲੱਗਦਾ ਟਲਦਾ। ਉਹ ਪੰਜਾਬੀ ਦਾ ਗਾਣਾ ਬੜਾ ਚੱਲਿਆ ਸੀ ਨਾ, ਪਰ ਦੱਬਦਾ ਕਿੱਥੇ ਆ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ। ਹੁਣ ਇਹ ਦੱਬਿਆ ਗੱਲ ਦੱਬਣੀ ਨਹੀਂ। ਤੁਸੀਂ ਕਹਿੰਦੇ ਸੀ ਔਖਾ ਸਵਾਲ ਪਹਿਲਾਂ ਹੱਲ ਕਰੋ। ਸਾਨੂੰ ਮਾਸਟਰ ਜੀ ਕਹਿੰਦੇ ਹੁੰਦੇ ਸੀ ਉਹ ਪ੍ਰੀਖਿਆ ਦੇ ਵਿੱਚ ਪਹਿਲਾਂ ਜਿਹੜੇ ਆਉਂਦੇ ਉਹ ਕਰ ਲਿਓ, ਜਿਹੜਾ ਨਹੀਂ ਆਉਂਦਾ ਉੱਤੇ ਮੱਥਾ ਬਾਅਦ ਚ ਮਾਰ ਲਿਓ, ਪਾਸ ਤੇ ਹੋ ਜਾਓਗੇ। ਸੋ ਮੈਨੂੰ ਇਹ ਸਮਝਾਓ ਕਿ ਇਹ ਗੱਲ ਅੱਗੇ ਤੁਰੂਗੀ ਜਾਂ ਅੱਜ ਵੀ ਸਿੱਧੂ ਹੋਣੀ ਓਦਾਂ ਹੀ ਜਿੱਦਾਂ ਕਹਿੰਦੇ ਹੁੰਦੇ ਸੀ ਕਿ ਖਾਲੀ ਹੱਥ ਖੌਂਸੜੇ ਬਸੰਤੇ ਹੋਰੀ ਆਏ, ਏਦਾਂ ਦੀ ਕੋਈ ਕਹਾਣੀ ਹੁੰਦੀ ਸੀ। ਜੀ ਰੰਧਾਵਾ ਜੀ, ਇੱਕ ਗੱਲ ਬੜੀ ਸਪਸ਼ਟ ਆ। ਜੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਗੱਲ ਕਰਦੇ ਹੋ ਔਰ ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਲ ਵਿਚਰਦੇ ਹੋਵੋਗੇ ਔਰ ਆਪਣੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ, ਔਰ ਪੰਜਾਬ ਦੀ ਨਬਜ਼ ਆ ਜਿਹੜੀ ਜਾਂ ਪੰਜਾਬ ਦਾ ਮਾਹੌਲ ਆ, ਇਸ ਨੂੰ ਅਸੀਂ ਬਿਹਤਰ ਸਮਝਦੇ ਹਾਂ ਬਹੁਤ ਹੱਦ ਤੱਕ। ਠੀਕ ਹੈ, ਸਾਡੇ ਜਿਹੜੇ ਸਰਵੇਜ਼ ਆ, ਬੜਾ ਕੁਛ ਆ, ਉਹਨਾਂ ਦੇ ਵਿੱਚ ਕਈ ਚੀਜ਼ਾਂ ਹੋਰ ਉੱਭਰਦੀਆਂ ਔਰ ਜਦੋਂ ਚੋਣਾਂ ਹੁੰਦੀਆਂ ਉਹ ਜਿਹੜੇ ਉਹਦੇ ਨਤੀਜੇ ਆਉਂਦੇ ਨੇ ਉਹ ਕਈ ਹੋਰ ਗੱਲਾਂ ਤੇ ਨਿਰਭਰ ਕਰਦੀਆਂ। ਜਿੱਥੇ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਆ, ਦੇਖੋ ਮੈਂ ਅੱਜ ਵੀ ਇਸ ਗੱਲ ਨੂੰ ਮੰਨਦਾ। ਜਿਸ ਤਰ੍ਹਾਂ ਆਪਾਂ ਕੱਲ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਬੜੇ ਸਪਸ਼ਟ ਸ਼ਬਦਾਂ 'ਚ ਇਹ ਕਿਹਾ ਸੀ ਕਿ ਬਹੁਜਨ ਸਮਾਜ ਪਾਰਟੀ ਨੂੰ ਸ਼ਾਇਦ ਪੋਲਿਟਿਕਸ ਦੀ, ਪੰਜਾਬ ਪੋਲਿਟਿਕਸ ਦੀਆਂ ਸੀਟਾਂ ਜਿੱਤਣ ਦੀ ਸ਼ਾਇਦ ਇੰਨੀ ਲੋੜ ਨਾ ਹੋਵੇ ਜਿੰਨੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੋਂ ਦੀ ਸੱਤਾ ਪ੍ਰਾਪਤ ਕਰਨ ਦੇ ਵਿੱਚ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਕਿਸੇ ਹੋਰ ਸੂਬੇ ਦੇ ਵਿੱਚ, ਕਿਸੇ ਹੋਰ ਸਟੇਟ 'ਚ ਨਹੀਂ ਆ। ਇਸੇ ਤਰ੍ਹਾਂ ਮੈਂ ਜੋੜਦਾ ਹੈ ਨਵਜੋਤ ਸਿੰਘ ਸਿੱਧੂ ਨੂੰ। ਤੁਸੀਂ ਹੋ ਸਕਦਾ ਬਹੁਤ ਸਾਰੇ ਲੋਕ ਮੇਰੀ ਇਸ ਗੱਲ ਨਾਲ ਸਹਿਮਤ ਨਾ ਹੋਣ, ਲੇਕਿਨ ਮੈਨੂੰ ਇਹ ਲੱਗਦਾ ਕਿ ਕਾਂਗਰਸ ਨੂੰ ਨਵਜੋਤ ਸਿੰਘ ਸਿੱਧੂ ਵਰਗੇ ਲੀਡਰਸ ਦੀ ਵੱਧ ਜ਼ਰੂਰਤ ਆ, ਜਿਹੜੀ ਇਸ ਤਰ੍ਹਾਂ ਦੀ ਗੱਲ ਕਰ ਸਕਣ, ਜਿਹੜੇ ਆਪਣੇ ਵਿਰੋਧੀਆਂ ਦੇ ਖਿਲਾਫ ਜਿਹੜੇ ਖੜੇ ਹੋ ਸਕਣ ਔਰ ਚੰਗੀ ਤਰ੍ਹਾਂ ਮਜ਼ਬੂਤੀ ਨਾਲ ਖੜੇ ਹੋਣ ਔਰ ਉਸ ਗੱਲ ਤੇ ਬਾਅਦ ਚ ਜਾ ਕੇ ਨਿਤਰਨ। ਕਿਉਂਕਿ ਆਮ ਤੌਰ ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਸ ਹੁੰਦੇ ਆ ਉਹ ਆਪਸ ਦੇ ਵਿੱਚ ਸਮਝੌਤੇ ਕਰ ਲੈਂਦੇ ਆ, ਭਾਈਵਾਲੀਆਂ ਪਾ ਲੈਂਦੇ ਆ, ਬਿਜ਼ਨੈਸਿਸ ਦੇ ਵਿੱਚ ਇਹਨਾਂ ਦੇ ਸਾਂਝੇ ਜਿਹੜੇ ਰਿਸ਼ਤੇ ਹੁੰਦੇ ਆ। ਅਕਸਰ ਆਪਾਂ ਦੇਖਿਆ ਕਿ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਲੋਕ ਨੇ, ਚਾਹੇ ਕੋਈ ਪਾਰਟੀ ਹੋਵੇ, ਉਹ ਬਾਹਰ ਚਲੇ ਜਾਂਦੇ ਨੇ, ਸੱਤਾ ਤੋਂ ਬਾਹਰ ਹੋ ਜਾਂਦੇ ਨੇ, ਲੇਕਿਨ ਉਹਨਾਂ ਦੇ ਬਿਜ਼ਨਸ ਨਹੀਂ ਖੜਦੇ, ਉਹਨਾਂ ਦਾ ਕੋਈ ਕੰਮ ਨਹੀਂ ਖੜਦਾ, ਉਹਨਾਂ ਦਾ ਕੋਈ ਕੰਮ ਨਹੀਂ ਰੁਕਦਾ। ਆਮ ਜਨਤਾ ਦੇ ਕੰਮ ਹੋਣ ਨਾ ਹੋਣ, ਇਹਨਾਂ ਦੇ ਕੰਮ ਚੱਲਦੇ ਰਹਿੰਦੇ ਨੇ। ਮੇਰਾ ਕਹਿਣ ਦਾ ਭਾਵ ਆ, ਪਹਿਲੀ ਵਾਰੀ ਸਾਨੂੰ ਇੱਕ ਲੀਡਰ ਮਿਲਿਆ। ਪਹਿਲਾਂ ਕਿਸੇ ਟਾਈਮ ਇਹ ਲੀਡਰ ਤੁਸੀਂ ਗੱਲ ਕੀਤੀ ਹੈ ਅਰਵਿੰਦ ਕੇਜਰੀਵਾਲ ਦੇ ਰੂਪ ਦੇ ਵਿੱਚ ਅਸੀਂ ਦੇਖਦੇ ਸੀ, ਲੇਕਿਨ ਹੁਣ ਇਹੋ ਜਿਹੀਆਂ ਚੀਜ਼ਾਂ ਸਾਨੂੰ ਨਵਜੋਤ ਸਿੰਘ ਸਿੱਧੂ 'ਚ ਨਜ਼ਰ ਆਉਂਦੀਆਂ। ਉਹ ਕੱਲ ਨੂੰ ਪਰਫਾਰਮ ਕਰ ਪਾਉਂਦੇ ਆ, ਨਹੀਂ ਪਰਫਾਰਮ ਕਰ ਪਾਉਂਦੇ ਆ, ਕੀ ਉਹਨਾਂ ਦਾ ਸਟੈਂਡ ਉਹੀ ਰਹਿੰਦਾ ਜਾਂ ਬਦਲ ਜਾਂਦਾ, ਉਹ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਲੇਕਿਨ ਅੱਜ ਦੀ ਤਾਰੀਖ ਦੇ ਵਿੱਚ ਉਹ ਨਵਜੋਤ ਸਿੰਘ ਸਿੱਧੂ ਦੀ, ਮੈਂ ਕਈ ਵਾਰੀ ਇਹ ਗੱਲ ਕਹੀ ਹੈ ਕਿ ਕ੍ਰੈਡੀਬਿਲਿਟੀ ਬਰਕਰਾਰ ਆ, ਕਿਉਂਕਿ ਹਜੇ ਵੀ ਉਹ ਟਰਾਈਡ ਐਂਡ ਟੈਸਟਡ ਨਹੀਂ ਆ।
ਜਿਹੜੇ ਆਪਾਂ ਕਹਿ ਦਈਏ ਕਿ 2 ਸਾਲਾਂ ਦੇ ਵਿੱਚ ਜਦੋਂ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ, ਔਰ ਇਹ ਆਪਾਂ ਨੂੰ ਪਤਾ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਆ, ਜੋ ਵੀ ਕੋਈ ਮੁੱਖ ਮੰਤਰੀ ਹੁੰਦਾ ਉਹਦੇ ਹਿਸਾਬ ਨਾਲ ਹੀ ਵਜ਼ੀਰ ਚੱਲਦੇ ਆ। ਬੜੀ ਦੇਰ ਤੱਕ ਇਹ ਗੱਲ ਸੋਚਦੇ ਆ ਕਿ ਅੱਜ ਕੰਮ ਕਰਾਂਗੇ, ਕੱਲ ਕੰਮ ਕਰਾਂਗੇ, ਚਲੋ ਮੁੱਖ ਮੰਤਰੀ ਦੇ ਨਜ਼ਰਾਂ 'ਚ ਚੰਗੇ ਰਹੀਏ, ਚੰਗੇ ਬਣ ਕੇ ਰਹੀਏ, ਕਿਤੇ ਇਹ ਨਾ ਹੋਵੇ ਵਜ਼ਾਰਤ ਹੀ ਚਲੀ ਜਾਵੇ, ਕਿਉਂਕਿ ਮੁੱਖ ਮੰਤਰੀ ਜਿਹੜਾ ਹੁੰਦਾ ਉਹ ਹਾਈ ਕਮਾਂਡ ਦੇ ਨੇੜੇ ਹੁੰਦਾ, ਤੇ ਕੱਲ ਨੂੰ ਜੇ ਰੀਸ਼ਫਲਿੰਗ ਹੋਊਗੀ ਤਾਂ ਹੋ ਸਕਦਾ ਮੇਰਾ ਹੀ ਨੰਬਰ ਲੱਗ ਜੇ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਸੋ ਇਸੇ ਕਰਕੇ ਮੈਂ ਕਹਿੰਦਾ ਕਿ ਜਿਹੜੀ ਇੰਨੀ ਦੇਰ ਤੱਕ ਨਵਜੋਤ ਸਿੰਘ ਸਿੱਧੂ ਨੂੰ ਝੱਲ ਰਹੀ ਹੈ ਹਾਈ ਕਮਾਂਡ, ਉਹਨਾਂ ਨੂੰ ਪਤਾ ਕਿ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਭਵਿੱਖ ਹੈ। ਜਿੱਥੋਂ ਤੱਕ ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦਾ ਪੂਰੇ ਨੈਸ਼ਨਲ ਲੈਵਲ ਤੇ ਇਸਤੇਮਾਲ ਕੀਤਾ। ਇਸੇ ਕਰਕੇ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੀ ਇੰਪੋਰਟੈਂਸ ਆ। ਔਰ ਜਿੱਥੇ ਤੱਕ ਉਹਨਾਂ ਦੀ ਤੁਸੀਂ ਸਿਹਤ ਦੀ ਗੱਲ ਕੀਤੀ ਆ, ਹਜੇ ਤੱਕ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਸਿਹਤ ਠੀਕ ਆ, ਕਿਉਂਕਿ ਇੰਟਰਨੈਸ਼ਨਲ ਲੈਵਲ ਦੇ ਖਿਲਾੜੀ ਰਹੇ ਆ। ਔਰ ਬਾਕੀ ਤੁਹਾਨੂੰ ਪਤਾ ਕਈ ਤਰ੍ਹਾਂ ਦੇ ਯੋਗ ਕਰਦੇ ਨੇ, ਕਈ ਤਰ੍ਹਾਂ ਦੀਆਂ ਸਾਧਨਾ ਕਰਦੇ ਨੇ, ਕਈ ਵਾਰੀ ਉਹ ਮੌਨ ਵਰਤ ਵੀ ਰੱਖ ਲੈਂਦੇ ਨੇ। ਸੋ ਇਹਨਾਂ ਚੀਜ਼ਾਂ ਨਾਲ ਉਹਨਾਂ ਨੇ ਆਪਣੇ ਆਪ ਤੇ ਕਿਸੇ ਨਾ ਕਿਸੇ ਤਰ੍ਹਾਂ ਕੰਟਰੋਲ ਰੱਖਿਆ ਆਪਣੀ ਸਿਹਤ ਤੇ। ਲੇਕਿਨ ਇਹ ਗੱਲ ਤੁਹਾਡੀ ਠੀਕ ਹੈ ਕਿ ਜਿਹੜੀ ਉਮਰ ਆ ਉਹ ਬੀਤਦੀ ਜਾ ਰਹੀ ਆ। 57 ਵਰਿਆਂ ਦੇ ਉਹ ਹੋ ਗਏ ਆ, ਤੇ ਬਹੁਤ ਸਾਰਾ ਸਮਾਂ ਜੇ ਤੁਸੀਂ ਦੇ ਦਿਓ ਕਿ ਤੁਹਾਨੂੰ 17 ਸਾਲਾਂ ਦੇ ਜਾ ਕੇ ਅਸੀਂ ਬਣਾਵਾਂਗੇ, ਉਹ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਨਵਜੋਤ ਸਿੰਘ ਸਿੱਧੂ ਹੋਣਾ ਕੋਲੇ ਵਕਤ ਹੈ ਜਾਂ ਟਾਈਮ ਹੈ। ਨਹੀਂ ਇੰਨੀ ਪੇਸ਼ੈਂਸ ਵੀ ਕਿੱਥੇ ਆ। ਗੁਰਦਾਸ ਮਾਨ ਦਾ ਪਰ ਇੱਕ ਗਾਣਾ ਵੀ ਢੁਕਦਾ, ਕਹਿੰਦੇ ਬਹੁਤਾ ਬੋਲਣਾ ਨਹੀਂ ਚੰਗਾ, ਬਹੁਤੀ ਚੁੱਪ ਵੀ ਨਹੀਂ ਚੰਗੀ, ਹੈ ਨਾ, ਮੁੱਠੀ ਬੰਦ ਵੀ ਨਹੀਂ ਚੰਗੀ ਤੇ ਖੋਲ ਦੇਣੀ ਵੀ ਨਹੀਂ ਚੰਗੀ। ਇਸ ਗੱਲ ਤਾਂ ਏਦਾਂ ਹੈ, ਸਿੱਧੂ ਸਾਹਿਬ ਨੂੰ ਠੀਕ ਆ, ਉਹ ਕਦੇ ਕਦੇ ਮੌਨ ਰੱਖ ਲੈਂਦੇ ਆ ਤੇ ਕਦੇ ਕਦੇ ਫਿਰ ਨਾਨ ਸਟਾਪ ਹੋ ਜਾਂਦੇ ਆ। ਜੇਕਰ ਸੰਤੁਲਿਤ ਪਹੁੰਚ ਅਪਣਾਉਣੀ ਆ, ਇੱਕ ਬਿਹਤਰੀਨ ਪੋਲੀਟੀਸ਼ੀਅਨ ਬਣਨਾ, ਤਾਂ ਸਿੱਧੂ ਨੂੰ ਆਪਣੀ ਬੈਲੈਂਸ ਅਪਰੋਚ ਨਾਲ ਤੁਰਨਾ ਪਊਗਾ। ਕੱਲਾ ਸਿੱਧੂ ਕੁਝ ਨਹੀਂ ਕਰ ਸਕਦਾ। ਇੱਕ ਐਕਸਪਰਟਸ ਦੀ ਟੀਮ ਹੁੰਦੀ ਆ ਜਿਹਦੇ ਵਿੱਚ ਐਗਰੀਕਲਚਰ ਵਾਲੇ ਵੱਖਰੇ, ਹੈਲਥ ਵਾਲੇ ਵੱਖਰੇ, ਐਜੂਕੇਸ਼ਨ ਵਾਲੇ ਵੱਖਰੇ। ਸਾਡੀ ਮੁਸ਼ਕਿਲ ਇਹ ਆ ਕਿ ਅਸੀਂ ਜਿਹੜਾ ਬਹੁਤਾ ਪੜ੍ਹਿਆ ਲਿਖਿਆ ਨਹੀਂ ਉਹਨੂੰ ਐਜੂਕੇਸ਼ਨ ਦਾ ਮਿਨਿਸਟਰ ਬਣਾ ਦਿੰਦੇ ਰਹੇ ਆ ਬੀਤੇ ਚ। ਤੇ ਹੁਣ ਚਲੋ ਕਿਤੇ ਕਿਤੇ ਐਕਸੈਪਸ਼ਨ ਹੋ ਸਕਦੀ ਹੈ, ਬੜੀ ਵਾਰੀ ਜਿਹਨੂੰ ਖੇਤੀਬਾੜੀ ਦਾ ਉਡਾੜਾ ਨਹੀਂ ਆਉਂਦਾ ਉਹ ਖੇਤੀਬਾੜੀ ਮਿਨਿਸਟਰ। ਤੇ ਇਹ ਸੱਚੀਓ ਕਈ ਵਾਰੀ ਜਿੱਦਾਂ ਕਹਿੰਦੇ ਨਾ ਵੀ ਜਿਹਨੇ ਬਣਨਾ ਤਾਂ ਠੇਕੇਦਾਰ ਹੁੰਦਾ ਜਾਂ ਕਿਤੇ ਪ੍ਰਾਪਰਟੀ ਡੀਲਰ, ਉਹਨੂੰ ਮਾਸਟਰ ਬਣਾਉਂਦੇ, ਉਹ ਸਾਰਾ ਦਿਨ ਇਹੀ ਕੰਮ ਕਰਦਾ ਰਹਿੰਦਾ, ਮਾਸਟਰੀ ਤੇ ਜਿੰਨੀ ਕੁ ਕਰਦਾ। ਸੋ ਸਾਡੇ ਇੱਥੇ ਤੁਹਾਨੂੰ ਪਤਾ ਹੀ ਹੈ ਦੇਸ਼ 'ਚ ਕਈ ਕੁਝ ਚੱਲਦਾ ਹੈ। ਸਿੱਧੂ ਨੂੰ ਲੋੜ ਆ ਕਿ ਉਹ ਤਹੱਮਲ ਨਾਲ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਅੱਗੇ ਵਧੇ। ਜੇ ਦਿਲ 'ਚ ਕੋਈ ਦਰਦ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਢੁਕਵੇਂ ਮੰਚ ਵੀ ਚਾਹੀਦੇ ਹੁੰਦੇ ਆ ਤੇ ਸਾਥੀ ਵੀ ਚੰਗੇ ਚਾਹੀਦੇ ਹੁੰਦੇ ਆ। ਪੰਜਾਬ ਦੇ ਵਿੱਚ ਥੋੜ ਨਹੀਂ ਗੀ ਜਿਹੜੇ ਸੁਹਿਰਦ ਲੋਕ ਆ। ਜਾਂਦੇ ਜਾਂਦੇ 2 ਛੋਟੇ ਮਸਲੇ ਲੈਣੇ ਆ, ਸਮਾਂ ਬਹੁਤ ਲੰਘ ਆਏ ਅੱਗੇ। ਮੈਨੂੰ ਮਨਪ੍ਰੀਤ ਜੀ ਇਹ ਦੱਸਿਓ ਕਿ ਬੀਜੇਪੀ ਜਿਹੜੀ ਤਿਆਰੀ 'ਚ ਆ ਕਿ 117 ਤੇ ਲੜਨਾ ਹੈ ਤੇ ਸਾਬਤ ਕਦਮੀ ਲੜਨਾ ਹੈ। ਵੈਸੇ ਸਾਰੀਆਂ ਪਾਰਟੀਆਂ 'ਚ ਸਾਡੇ ਤਾਂ ਸਾਰੇ ਹੀ ਮਿੱਤਰ ਨੇ, ਜੀਵਨ ਗੁਪਤਾ ਬੜੇ ਪਿਆਰੇ ਬੰਦੇ ਆ, ਲੇਕਿਨ ਸਵਾਲ ਇਹ ਹੈ ਕਿ ਜਦੋਂ ਉਹ ਸੁਪਨਾ ਵੱਡਾ ਸਿਰਜ ਦਿੰਦੇ ਕਿ 117 ਅਬਜ਼ਰਵਰ ਲਾਤੇ, 117 ਕੌਂਸਟੀਟੂਐਂਸੀ 'ਚ ਅਸੀਂ ਬੰਦੇ ਲਾਤੇ ਜਿਹੜੇ ਅੱਖ ਰੱਖਣਗੇ ਬਾਜ ਵਾਲੀ ਕਿ ਕੀ ਹੋਣਾ ਹੈ, ਤੇ ਉਦੋਂ ਕਿਸਾਨਾਂ ਨੇ ਵੀ ਇੱਕ ਬਾਜ ਵਾਲੀ ਰੱਖੀ ਆ ਕਿ ਜਾਓ ਜਿੱਧਰ ਨੂੰ ਮਗਰੇ ਆਉਂਦੇ ਆ। ਸਵਾਲ ਤਾਂ ਇਹ ਹੈ ਕਿ ਪਹਿਲਾਂ ਜੇ ਦਿੱਲੀ 'ਚੋਂ ਸਾਰੀ ਲੀਡਰਸ਼ਿਪ ਲੈ ਕੇ ਆਉਣ ਅਸ਼ਵਨੀ ਤੇ ਜੀਵਨ ਗੁਪਤਾ, ਤੇ ਮੇਰਾ ਖਿਆਲ ਹੈ ਕਿ ਉਹ ਦਿੱਲੀ ਦੇ ਵਿੱਚ ਕਿਸਾਨਾਂ ਲਈ ਕੁਝ ਚੰਗੇ ਐਲਾਨ ਕਰਾ ਲੈਣ। ਪੰਜਾਬ ਦੀ ਸਿਆਸਤ ਤਾਂ ਖੁੱਲੀ ਪਈ ਹੈ, ਤੁਸੀਂ ਵੀ ਨੱਚ ਲਿਓ, ਵਿਹੜਾ ਮੋਕਲਾ ਹੀ ਆ, ਕਿਹੜੀ ਗੱਲ ਆ। ਤੇ ਦੂਜੇ ਬੰਨੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਹਿਰਦੇ ਵੇਦਕ ਖਬਰ ਸੀ ਕਿ ਇੱਕ ਘੱਟ ਗਿਣਤੀ, ਜੰਮੂ ਕਸ਼ਮੀਰ ਦੀ ਘੱਟ ਗਿਣਤੀ ਸਿੱਖ ਉੱਥੇ ਇੱਕ ਅਨਿਆਂ ਹੋਇਆ। ਇਹ 2 ਗੱਲਾਂ ਮੈਂ ਤੁਹਾਡੇ ਤੋਂ ਜਾਂਦਾ ਲੈਣਾ ਚਾਹੁੰਦਾ। ਰੰਧਾਵਾ ਜੀ, ਪਹਿਲੀ ਗੱਲ ਤਾਂ ਆਪਾਂ ਬੀਜੇਪੀ 'ਚ ਆ ਜਾਈਏ। ਤੁਸੀਂ ਗੱਲ ਕੀਤੀ ਹੈ ਕਿ 117 ਜਿਹੜੀਆਂ ਕੌਂਸਟੀਟੂਐਂਸੀਜ਼ ਆ ਆਪਣੇ ਪੰਜਾਬ ਦੇ ਵਿੱਚ, ਉੱਥੇ ਅਸੀਂ ਅਬਜ਼ਰਵਰ ਲਾਵਾਂਗੇ। ਪਹਿਲਾਂ ਤਾਂ ਕੈਂਡੀਡੇਟ ਤਾਂ ਲੱਭ ਲਓ। ਤੁਹਾਨੂੰ 117 ਕੈਂਡੀਡੇਟ ਜੇ ਲੱਭ ਗਏ, ਉਸੇ 'ਚ ਹੀ ਮੁਸ਼ਕਿਲ ਆ। ਅਬਜ਼ਰਵਰ ਤਾਂ ਤੁਸੀਂ ਬਾਅਦ 'ਚ ਲਾਉਣੇ ਆ, ਉਹਨਾਂ ਨੂੰ ਅਬਜ਼ਰਵ ਕਰਨ ਲਈ ਕਿ ਕੀ ਇੱਥੇ ਜਿਹੜੀਆਂ ਚੋਣ ਪ੍ਰਚਾਰ ਠੀਕ ਹੋ ਰਿਹਾ, ਕੀ ਇੱਥੇ ਜਿਹੜੇ ਬਸਤੇ ਪਹੁੰਚ ਰਹੇ ਨੇ, ਬੂਥ ਲੱਗ ਰਹੇ ਨੇ, ਜਾਂ ਸਾਡੇ ਪਾਰਟੀ ਵਰਕਰਸ ਆ ਜਿਹੜੇ ਉਹ ਮੁੱਦੇ ਸਹੀ ਉਠਾ ਰਹੇ। ਉਹ ਤਾਂ ਅਬਜ਼ਰਵਰਸ ਤਾਂ ਉਦੋਂ ਲੱਗਣੇ ਆ। ਪਹਿਲਾਂ ਤੁਸੀਂ ਜਿਹੜਾ ਪਹਿਲਾ ਸਟੈਪ ਆ ਉਹ ਕਰੋ ਕਿ ਤੁਹਾਨੂੰ ਕੈਂਡੀਡੇਟਸ ਲੱਭਣੇ। ਹਾਲਾਂਕਿ ਦੇਖੋ ਕੈਂਡੀਡੇਟਸ ਤਾਂ ਆ ਹੀ ਜਾਣੇ ਆ, ਹਰ ਕੋਈ ਮੁਹੱਲੇ 'ਚ ਨਹੀਂ ਬੈਠਾ ਕੈਂਡੀਡੇਟ, ਹਰ ਕੋਈ ਚੋਣ ਲੜਨ ਲਈ ਤੁਹਾਨੂੰ ਪਤਾ ਉਤਾਵਲਾ ਰਹਿੰਦਾ। ਸੋ ਕੈਂਡੀਡੇਟਸ ਲੱਭਣੇ ਨਹੀਂ, ਲੇਕਿਨ ਕੀ ਢੰਗ ਦੇ ਕੈਂਡੀਡੇਟਸ ਬੀਜੇਪੀ ਨੂੰ ਲੱਭ ਪਾਉਣਗੇ? 23 ਸੀਟਾਂ ਲੜਦੇ ਸੀ ਹਜੇ ਤੱਕ, ਜੋ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਸ ਤਰ੍ਹਾਂ ਦਾ ਗੱਠਜੋੜ ਹੁੰਦਾ ਸੀ, ਤੇ 23 ਦੀਆਂ 23 ਸੀਟਾਂ ਇਹਨਾਂ ਨੇ ਅੱਜ ਤੱਕ ਜਿੱਤੀਆਂ ਨਹੀਂ ਕਦੇ। ਉਸ ਟਾਈਮ ਵੀ ਇਹ ਹੁੰਦਾ ਸੀ। ਔਰ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਸਪੋਰਟ ਹੁੰਦੀ ਸੀ ਇਹਨਾਂ ਨੂੰ ਹਰ ਤਰ੍ਹਾਂ ਦੀ। ਜਦੋਂ ਮੈਂ ਹਰ ਤਰ੍ਹਾਂ ਦੀ ਗੱਲ ਕਰ ਰਿਹਾ, ਤੇ ਹਰ ਤਰ੍ਹਾਂ ਦੀ ਸਪੋਰਟ ਦਾ ਮਤਲਬ ਸਾਡੇ ਜਿਹੜੇ ਦੇਖਣ ਵਾਲੇ ਨੇ ਦਰਸ਼ਕ, ਉਹ ਬਹੁਤ ਚੰਗੀ ਤਰ੍ਹਾਂ ਸਾਨੂੰ ਸਮਝਦੇ ਨੇ। ਸੋ ਇਸ ਕਰਕੇ ਉਹਨਾਂ ਦੀ ਸਪੋਰਟ ਤੋਂ ਬਗੈਰ ਇਹਨਾਂ ਲਈ ਆਮ ਤੌਰ ਤੇ ਜਿੱਤਣਾ ਬੜਾ ਔਖਾ ਹੁੰਦਾ ਸੀ। ਸੋ ਇਹ ਗੱਲ ਕਹਿਣੀ ਕਿ ਅਸੀਂ 117 ਥਾਵਾਂ ਤੇ ਅਬਜ਼ਰਵਰ ਲਾਵਾਂਗੇ, ਖਾਸ ਤੌਰ ਤੇ ਉਸ ਟਾਈਮ ਜਦੋਂ ਕਿਸਾਨੀ ਅੰਦੋਲਨ ਸਿਰਫ ਤੇ ਸਿਰਫ ਇਹ ਕਹਿੰਦਾ ਕਿ ਬੀਜੇਪੀ ਨੂੰ ਵੋਟ ਨਹੀਂ ਪਾਉਣੀ, ਚਾਹੇ ਕਿਸੇ ਹੋਰ ਪਾਰਟੀ ਨੂੰ ਪਾ ਦਿਓ। ਇਸ ਪਾਰਟੀ ਲਈ ਉੱਪਰਨਾ ਜਾਂ ਇੱਕ ਵੀ ਸੀਟ ਲੈਣੀ ਇਸ ਵਾਰੀ ਬਹੁਤ ਜ਼ਿਆਦਾ ਚੈਲੰਜਿੰਗ ਹੋਏਗਾ। ਇਹਨਾਂ ਲਈ ਆਉਣ ਵਾਲੇ ਦਿਨ ਜਿਹੜੇ ਆ
ਉਹ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ, ਰਾਜਨੀਤਿਕ ਮੁਸ਼ਕਲਾਂ ਲੈ ਕੇ ਆਉਣਗੇ, ਕਿਉਂਕਿ ਜਦੋਂ ਜਾ ਕੇ ਬਾਹਰ ਨਿਕਲ ਕੇ ਕਿਸੇ ਚੀਜ਼ ਦਾ ਉਦਘਾਟਨ ਨਹੀਂ ਕਰ ਸਕਦੇ, ਕਿਸੇ ਤੇ ਥਾਂ ਤੇ ਜਾ ਕੇ ਸਮਾਗਮ ਨਹੀਂ ਕਰ ਸਕਦੇ, ਔਰ ਅਕਸਰ ਲੋਕਾਂ ਨਾਲ ਲੜਦੇ। ਔਰ ਦੂਸਰੀ ਗੱਲ ਮੈਂ ਇਹਦੇ ਵਿੱਚ ਨਾਲ ਜੋੜਦਾ ਕਿ ਜਿਸ ਤਰ੍ਹਾਂ ਤੁਸੀਂ ਦੇਖੋ ਅਨਿਲ ਜੋਸ਼ੀ ਹੋਣੀ ਹੋਏ, ਜਿਸ ਤਰ੍ਹਾਂ KD ਭੰਡਾਰੀ ਹੋਣੀ ਹੋਏ, ਮਦਨ ਮੋਹਨ ਮਿੱਤਲ ਹੋਣੀ ਹੋਏ, ਜਾਂ ਟਰਾਂਸਪੋਰਟ ਮੰਤਰੀ ਹੁੰਦੇ ਸੀ ਸਾਬਕਾ ਮਾਸਟਰ ਮੋਹਨ ਲਾਲ, ਇਹ ਸਾਰਿਆਂ ਦੇ ਬਿਆਨ ਆਉਣੇ ਕਿ ਸਾਡੀ ਜਿਹੜੀ ਪਾਰਟੀ ਲੀਡਰਸ਼ਿਪ ਆ ਪੰਜਾਬ ਦੀ, ਉਹਨੇ ਕੇਂਦਰ ਦੀ ਜਿਹੜੀ ਸਰਕਾਰ ਆ ਉਹਦੇ ਨਾਲ ਸਹੀ ਗੱਲਬਾਤ ਨਹੀਂ ਕੀਤੀ, ਕਿਤੇ ਨਾ ਕਿਤੇ ਉਹਨਾਂ ਨੂੰ ਸਹੀ ਗਾਈਡ ਨਹੀਂ ਕੀਤਾ। ਇੱਥੋਂ ਪਤਾ ਲੱਗਦਾ ਕਿ ਜਿਹੜੇ ਰਾਜਨੇਤਾ ਨੇ ਉਹ BJP ਦੇ, ਉਹ ਕਿੰਨੇ ਡਰੇ ਹੋਏ ਨੇ, ਕਿੰਨੇ ਘਬਰਾਏ ਹੋਏ ਨੇ। ਵੈਸੇ ਮਨਪ੍ਰੀਤ ਜੀ ਇੱਕ ਹੋਰ ਵੀ ਪਹਿਲੂ ਆ ਕਿ ਪੱਤਾ ਤਾਂ ਦਲਤਾਂ ਵਾਲਾ ਵੀ ਖੇਡ ਕੇ ਵੇਖ ਲਿਆ ਤੇ ਵੋਟ ਧਰੁਵੀਕਰਨ ਵਾਲੇ ਪਾਸੇ ਨੂੰ ਵੀ ਪਹਿਲਾਂ ਖੜ ਕੇ ਵੇਖ ਲਈ ਕਿ ਕਿਸਾਨੀ ਇੱਕ ਖਾਸ ਕਮਿਊਨਿਟੀ ਨਾਲ ਜੁੜੀ ਆ ਤੇ ਅਸੀਂ ਸ਼ਹਿਰੀ ਵੋਟ ਨੂੰ ਇੱਕ ਪਾਸੇ ਪੋਲਰਾਈਜ਼ ਕਰ ਲਈਏ। ਮੁੜ ਕੇ ਦਲਿਤ ਪੱਤਾ ਵੀ ਆ ਗਿਆ। ਹੁਣ ਸਿਰਫ ਮੈਨੂੰ ਲੱਗਦਾ ਕਿ ਅਸਲ ਪੱਤਾ ਖੇਡਣ ਦੀ ਲੋੜ ਆ ਕਿ ਕਿਸਾਨੀ ਦੀਆਂ ਮੁਸ਼ਕਲਾਂ ਦੇ ਉੱਤੇ ਗੱਲ ਕਰਨ ਸਾਰੇ BJP ਲੀਡਰ, ਕਲੈਕਟਿਵ ਲੀਡਰਸ਼ਿਪ, ਸਮੂਹਿਕ ਇਹਨਾਂ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਤੇ ਗੱਲ ਕਰੇ ਤੇ ਇਕੱਠੇ ਹੋ ਕੇ ਉਹ ਜਿੰਨੇ 50 60 100 ਲੀਡਰ ਆ ਉਹ ਇਕੱਠੇ ਪੰਜਾਬ ਤੋਂ ਤੁਰਨ ਤੇ ਦਿੱਲੀ 'ਚ ਪ੍ਰਧਾਨ ਮੰਤਰੀ ਦੇ ਘਰ 'ਚ ਚਲੇ ਜਾਣ ਕਿ ਸਾਨੂੰ ਤੁਸੀਂ ਇਹ ਮਸਲਾ ਹੱਲ ਕਰਕੇ ਦਿਓ। ਜਿਵੇਂ ਮਰਜ਼ੀ ਸਿਰਫ ਪ੍ਰਧਾਨ ਮੰਤਰੀ ਦਾ ਕਿਸਾਨ ਆਗੂਆਂ ਨਾਲ ਇੱਕ ਮੀਟਿੰਗ ਹੀ ਮੈਨੂੰ ਲੱਗਦਾ ਕਾਫੀ ਆ, ਉੱਥੇ ਕਾਫੀ ਮਸਲੇ ਹੱਲ ਹੋ ਜਾਣੇ ਆ। ਕਿਉਂਕਿ ਪ੍ਰਧਾਨ ਮੰਤਰੀ ਜਦੋਂ ਦਿਲ ਦਿਖਾਉਣ ਤੇ ਆਉਂਦੇ ਫਿਰ ਵੱਡਾ ਦਿਖਾਉਂਦੇ ਆ, ਛੋਟਾ ਨਹੀਂ ਦਿਖਾਉਂਦੇ, ਤੇ ਅਕਸਰ ਛੋਟੇ ਦਿਲ ਨਾਲ ਉਹ ਮੁੜ ਕੇ ਅੱਖਾਂ ਮੀਟ ਲੈਂਦੇ ਆ। ਇਹ ਦੋ ਪਹਿਲੂ ਹੈਗੇ ਆ। ਜੇ ਪੰਜਾਬ ਵਾਲੇ ਚਾਹੁੰਦੇ ਆ ਕੁਝ ਕਰਨਾ ਤੇ ਕਰ ਲੈਣਾ ਚਾਹੀਦਾ। ਹੁਣ ਸਾਡੇ ਕੋਲ ਮਿੰਟ ਆਖਰੀ ਇੱਕ ਬਚਿਆ ਜੇ ਤੇ ਮੈਨੂੰ ਲੱਗਦਾ ਵੀ ਦੋਵੇਂ ਮਸਲੇ 1 ਮਿੰਟ ਦੇ ਵਿੱਚ, ਤੁਹਾਡੇ ਕੋਲ ਸ਼ਬਦ ਵੀ ਨੇ ਤੇ ਤੁਹਾਡੇ ਕੋਲ ਸ਼ਬਦ ਪ੍ਰਵਾਹ ਵੀ ਆ, ਫਿਰ ਕਰ ਦਿਓ ਖਤਮ। ਤੁਸੀਂ ਗੱਲ ਕੀਤੀ ਸੀ ਇੱਕ ਸਿੱਖ ਲੜਕੀ ਦੀ ਜੰਮੂ ਕਸ਼ਮੀਰ ਦੇ ਵਿੱਚ, ਕਿਸ ਤਰ੍ਹਾਂ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦੋਸ਼ ਲਾਏ ਗਏ, ਉੱਥੇ ਧਰਨੇ ਪ੍ਰਦਰਸ਼ਨ ਕੀਤੇ ਗਏ, ਐਤਵਾਰ ਨੂੰ ਹੋਏ ਆ, ਕਿ ਇੱਕ ਮਾਈਨਰ ਕੁੜੀ ਆ ਤੇ ਇਹਦਾ ਜ਼ਬਰਦਸਤੀ, ਇੱਕ ਤਰ੍ਹਾਂ ਜਿਹਨੂੰ ਲਵ ਜਿਹਾਦ ਕਹਿੰਦੇ ਆ, ਇਸ ਤਰ੍ਹਾਂ ਉੱਥੋਂ ਦੇ ਕਿਸੇ ਮੁਸਲਿਮ ਭਾਈਚਾਰੇ ਦੇ ਮੁੰਡੇ ਨੇ ਉਹਦੇ ਨਾਲ ਜ਼ਬਰਦਸਤੀ ਵਿਆਹ ਕਰਾ ਲਿਆ, ਬੰਦੂਕ ਦੀ ਨੋਕ ਤੇ ਵਿਆਹ ਕਰਾ ਲਿਆ ਤੇ ਉਹਨੂੰ ਜ਼ਬਰਦਸਤੀ ਵਿਆਹ ਕੇ ਲੈ ਗਏ। ਉਹਨਾਂ ਨੇ ਕਿਹਾ ਕਿ 2 ਮਸਲੇ, ਫਿਰ ਕਹਿੰਦੇ 4 ਇਸ ਤਰ੍ਹਾਂ ਦੇ ਮਸਲੇ, ਤੇ ਫਿਰ 55 ਕਹੇ। ਦੇਖੋ, ਇਹਦੇ ਵਿੱਚ ਮੈਂ ਦੱਸਦਾ ਕਿ ਉਸ ਕੁੜੀ ਨੇ ਜਾ ਕੇ ਕੋਰਟ ਦੇ ਵਿੱਚ ਗਵਾਹੀ ਦਿੱਤੀ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ, ਔਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਮੈਂ 60 ਸਾਲਾਂ ਦੇ ਬੰਦੇ ਨਾਲ ਵਿਆਹ ਕਰਾ ਲਿਆ, ਉਹ ਇੱਕ 29 ਸਾਲਾਂ ਦਾ ਨੌਜਵਾਨ ਆ। ਸੋ ਇਸ ਤਰ੍ਹਾਂ ਦੀ ਗੱਲਾਂ ਕਰਕੇ ਤੇ ਬਾਅਦ ਚ ਕੋਰਟ ਨੇ ਉਹਨੂੰ ਵਾਪਸ ਘਰੇ ਭੇਜਤਾ। ਮੈਂ ਇੱਥੇ ਤੁਹਾਨੂੰ ਯਾਦ ਹੋਣਾ ਰੰਧਾਵਾ ਜੀ, ਉਹ ਗੱਲ ਵੀ ਯਾਦ ਕਰਾਉਣਾ, ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਵੀ ਸਨ 2020 ਦੇ ਵਿੱਚ ਇੱਕ ਮਸਲਾ ਆਇਆ ਸੀ ਕਿ ਉੱਥੇ ਵੀ ਇੱਕ ਕੁੜੀ ਨੂੰ ਜ਼ਬਰਦਸਤੀ ਵਿਆਹ ਕਰਵਾ ਲਿਆ ਗਿਆ ਤੇ ਬਹੁਤ ਲਵ ਜਿਹਾਦ ਦਾ ਜਾਂ ਇਸ ਤਰ੍ਹਾਂ ਦੇ ਮਸਲੇ ਚੁੱਕੇ ਗਏ ਸੀ। ਉਸ ਦੇ ਵਿੱਚ ਵੀ ਲਾਹੌਰ ਹਾਈ ਕੋਰਟ ਨੇ ਜਦੋਂ ਇਹ ਫੈਸਲਾ ਦਿੱਤਾ ਕਿ ਕੁੜੀ ਬਾਲਗ ਆ, ਉਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਿਆ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਸੋ ਇਹਨਾਂ ਮਸਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਕਿਤੇ ਨਾ ਕਿਤੇ ਜਦੋਂ ਮਸਲੇ ਜਿਹੜੇ ਆ ਉਹ ਬਿਲਕੁਲ ਬਾਹਰ ਹੋ ਜਾਂਦੇ ਨੇ, ਆਊਟ ਆਫ ਕੰਟਰੋਲ ਹੋ ਜਾਂਦੇ ਨੇ, ਤੇ ਬਹੁਤ ਭਿਆਨਕ ਇਹਦੇ ਫਿਰਕੂ ਫਸਾਦ ਦੇ, ਆਪਸ ਦੇ ਵਿੱਚ ਜਿਹੜੇ ਭਾਈਚਾਰਾ ਟੁੱਟਣ ਦੇ ਨਤੀਜੇ ਨਿਕਲ ਸਕਦੇ ਨੇ। ਸੋ ਇਹਨਾਂ ਚੀਜ਼ਾਂ ਨੂੰ ਬਚਾਉਣ ਦੀ ਖਾਤਰ ਇਹ ਬਹੁਤ ਜਿਹੜੇ ਅਹਿਮ ਆ ਕਿ ਅਸੀਂ ਆਪਣੀ ਕੋਈ ਵੀ ਟਿੱਪਣੀ ਜਿਹੜੀ ਆ ਉਹਨੂੰ ਬੜੇ ਧਿਆਨ ਨਾਲ ਦੇਖ ਕੇ ਕਰੀਏ ਤੇ ਬੜੇ ਜਿਹੜੇ ਫੈਕਟਸ ਆ ਉਹੀ ਲੋਕਾਂ ਸਾਹਮਣੇ ਪੇਸ਼ ਕੀਤੇ ਜਾਣ। ਜੀ ਮਨਪ੍ਰੀਤ ਜੀ, ਬਹੁਤ ਮਿਹਰਬਾਨੀ। ਮੈਂ ਦੋਸਤੋ ਇੱਕ ਤੁਹਾਡੇ ਨਾਲ ਜਾਣਕਾਰੀ ਫਿਰ ਸਾਂਝੀ ਕਰਦੇ ਹਾਂ ਕਿ ਨਰਿੰਦਰਪਾਲ ਸਾਡੇ ਬਹੁਤ ਵਧੀਆ ਸਾਥੀ ਔਰ ਸਾਡੇ ਸਰਪ੍ਰਸਤ ਇੱਕ ਤਰ੍ਹਾਂ ਨਾਲ, ਉਹ ਹੁਣ ਕਾਫੀ ਹੱਦ ਤੱਕ ਠੀਕ ਹੋ ਰਹੇ ਆ। ਤੁਹਾਡੀ ਬਾਰ-ਬਾਰ ਇਹ ਪੁੱਛਣਾ ਕਿ ਉਹਨਾਂ ਦੀ ਸਿਹਤ ਕਿਵੇਂ ਆ, ਮੈਂ ਕਲੀਅਰ ਕਰਦੇ ਆ, ਉਹ ਕਾਫੀ ਠੀਕ ਨੇ। ਅਜੇ ਬੋਲਣ 'ਚ ਥੋੜੀ ਸਮੱਸਿਆ ਆਉਂਦੀ ਕਿਉਂਕਿ ਲੋ ਪਿੱਚ ਤੇ ਬੋਲਦੇ ਨੇ, ਵਿੱਚ ਖਾਂਸੀ ਵੀ ਆਉਂਦੀ ਹੈ। ਇਸ ਕਰਕੇ ਮੈਂ ਵੀ ਕੁਝ ਦਿਨਾਂ ਲਈ ਸਟੂਡੀਓ ਤੋਂ ਬਾਹਰ ਹੈ। ਜਦੋਂ ਹੀ ਮੈਂ ਵਾਪਸ ਮੁੜਦਾ ਹੈ ਔਰ ਉਹ ਥੋੜੇ ਠੀਕ ਹੁੰਦੇ ਆ, ਮੈਂ ਉਹਨਾਂ ਨੂੰ ਪੇਸ਼ ਕਰਾਂਗਾ, ਉਹਨਾਂ ਨੂੰ ਬੁਲਾਵਾਂਗਾ, ਮੈਂ ਪਰਸਨਲੀ ਲੈ ਕੇ ਆਵਾਂਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਦਰਸ਼ਨ ਤੁਹਾਨੂੰ ਕਰਾਈਏ। ਲੇਕਿਨ ਤੁਹਾਡੀ ਸੰਵੇਦਨਾ ਸਾਨੂੰ ਚੰਗੀ ਲੱਗਦੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।